पग पंकज बंदन पग पंकज बंदन सिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नासक विघ्नन के नासक श्री हरगोबिंद शुभ सुमत प्रकाशक श्री हर राय नमो कर जोरी नमो कर गुरु हर कृष्ण मनाए बहोरी गुरु तेग बहादुर परम कृपाला जी परम कृपाला श्री गुरु गोबिंद सिंह बेसाला तरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सच होए वाहिगुरु जी की फतेह विघ्न विनाशन सोए। सतनाम श्री वाहिगुरु साहिब जीओ। इम सलाह कर निशा बिताई भई प्रात कान्हा असवार तीनों अपर गमन को ठान्यो जिनके उर कुश कुश हंकार पंथ जामनी एक बिताई अगले दिन गुरपुरी मझार आए प्रवेशे मान विशेषे पहुँचे श्री गुर के दरबार इम सलाह कर निसह बिताई भई प्रात कान्हा असवार। वाहिगुरु जी का खालसा वाहिगुरु जी की फतेह। सतगुरु गरीब नवाज सच्चे पातशाह दीन दुनिया दे मालिक चबर छतर तखत दे मालिक समर्थ गुरु परतख गुरु दीन दयाल कृपाल अंतरजामी पूਰਨ पार ब्रह्म परमेश्वर धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज। अपने मालक अपने सतगुरु अपने रब परमेश्वर श्री गुरु जी दी महान पवित्र हाजरी विखे सानू बैठण दा मौका मिलिया है ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸੰਗਤ ਜੀ ਕੁਝ ਸਮਾਂ ਆਪਾਂ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਸਰਵਣ ਕਰਨਾ ਹੈ। ਆਓ ਬੜੇ ਪਿਆਰ ਨਾਲ ਸਾਰੀ ਸੰਗਤ ਕਹੋ ਜੀ ਵਾਹਿਗੁਰੂ ਵਾਹਿਗੁਰੂ। ਆਪ ਜੀ ਨੇ ਸਰਵਣ ਕੀਤਾ ਭਾਈ ਸੱਤਾ ਤੇ ਭਾਈ ਬਲਵੰਡ ਜੀ ਨੂੰ ਬਖਸ਼ਾ ਕੇ ਭਾਈ ਲੱਦਾ ਪਰਉਪਕਾਰੀ ਜੀ ਲਾਹੌਰ ਵਿੱਚ ਗਏ ਜੀ। ਜਦੋਂ ਉਹ ਲਾਹੌਰ ਵਿੱਚ ਪਹੁੰਚੇ ਬਹੁਤ ਸਾਰੀਆਂ ਸੰਗਤਾਂ ਭਾਈ ਲੱਦਾ ਜੀ ਦੇ ਕੋਲ ਆਈਆਂ। ਭਾਈ ਲੱਦਾ ਜੀ ਤੁਸੀਂ ਆਪਣੇ ਨੇਤਰਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਆਏ ਹੋ, ਦੱਸੋ ਗੁਰੂ ਅਰਜਨ ਦੇਵ ਜੀ ਦਾ ਰੂਪ ਕੈਸਾ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਗੁਣ ਕਿਤਨੇ ਹਨ, ਕੈਸੇ ਗੁਣ ਹਨ
ਮਹਾਰਾਜ ਕਿੱਥੇ ਬੈਠ ਕੇ ਸੰਗਤ ਨੂੰ ਦਰਸ਼ਨ ਦਿੰਦੇ ਹਨ? ਭਾਈ ਲੱਦਾ ਜੀ ਕਿਰਪਾ ਕਰਕੇ ਸਾਨੂੰ ਦੱਸੋ। ਸੰਗਤ ਜੀ, ਭਾਈ ਲੱਦਾ ਜੀ ਗੁਰੂ ਸਾਹਿਬ ਦੇ ਪ੍ਰੇਮ ਵਿੱਚ ਭਿੱਜੇ ਪਏ ਹਨ ਜੀ। ਭਾਈ ਲੱਦਾ ਜੀ ਕਹਿਣ ਲੱਗੇ, ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਣ ਮੈਂ ਤੁਹਾਨੂੰ ਕਹਿ ਕੇ ਨਹੀਂ ਦੱਸ ਸਕਦਾ। ਕਿਹੜੇ ਕਿਹੜੇ ਮੈਂ ਗੁਣ ਦੱਸਾਂ? ਨਾ ਤੇ ਮੈਂ ਉਹਨਾਂ ਦੇ ਗੁਣ ਹੀ ਦੱਸ ਸਕਦਾ, ਨਾ ਹੀ ਮੈਂ ਇਹ ਦੱਸ ਸਕਦਾ ਵੀ ਗੁਰੂ ਅਰਜਨ ਦੇਵ ਜੀ ਕਿਹੋ ਜਿਹੇ ਹਨ, ਕੈਸਾ ਮਹਾਰਾਜ ਦਾ ਰੂਪ ਹੈ, ਕੈਸੀ ਸੁੰਦਰ ਵਡਿਆਈ ਹੈ, ਮੈਂ ਇਹ ਵੀ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ। ਬਹੁਤ ਮਹਾਰਾਜ ਪਰਉਪਕਾਰ ਕਰ ਰਹੇ ਹੈ। ਇਸ ਸਮੇਂ ਗ੍ਰੰਥ ਸਾਹਿਬ ਜੀ ਲਿਖਵਾ ਰਹੇ ਹਨ, ਜਿਸ ਵਿੱਚ 5 ਗੁਰੂਆਂ ਦੀ ਬਾਣੀ ਤੇ ਭਗਤਾਂ ਦੀ ਬਾਣੀ ਹੈ। ਸਾਰੇ ਲਾਹੌਰ ਵਿੱਚ ਖਬਰ ਫੈਲੀ। ਲਾਹੌਰ ਦੇ ਵਿੱਚ 4 ਭਗਤ ਰਹਿੰਦੇ ਨੇ। ਭਗਤ ਤੇ ਨੇ ਪਰ ਅਜੇ ਪਹੁੰਚੇ ਨਹੀਂ ਹੋਏ ਜੀ। ਕਾਨਾ ਜੀ ਹੈ, ਛੱਜੂ ਜੀ ਹੈ, ਪੀਲੋ ਜੀ ਹੈ ਤੇ ਸ਼ਾਹ ਹੁਸੈਨ ਹੈ ਜੀ। ਭਗਤ ਨੇ, ਭਗਤੀ ਕਰਦੇ ਆ, ਪਰ ਚੇਤਾ ਰੱਖਿਓ ਇਹ ਵੀ ਆਪਣੀ ਵੱਖੋ ਵੱਖਰੀ ਸਟੇਜ ਹੈ ਜੀ ਇੱਕ ਜੀ। ਭਗਤੀ ਕਰਕੇ ਜਿਹੜੇ ਆਪਣੇ ਮਾਲਕ ਪ੍ਰਭੂ ਨੂੰ ਭਾ ਜਾਂਦੇ ਹੈ, ਪਹੁੰਚ ਜਾਂਦੇ ਹੈ, ਉਹਨਾਂ ਦੀ ਗੱਲ ਤੇ ਹੋਰ ਹੈ, ਪਰ ਜਿਹੜੇ ਅਜੇ ਰਸਤੇ ਵਿੱਚ ਹੈ ਉਹ ਪੂਰੀ ਸਹੀ ਗੱਲ ਬਿਆਨ ਨਹੀਂ ਕਰ ਸਕਦੇ ਜੀ। ਵੇਖੋ, ਇੱਥੋਂ ਹਰਿਮੰਦਰ ਸਾਹਿਬ ਜਿਹੜਾ ਪਹੁੰਚ ਗਿਆ ਉਹੋ ਹੀ ਦੱਸ ਸਕਦਾ ਹੈ ਹਰਿਮੰਦਰ ਸਾਹਿਬ ਕਿਹੋ ਜਿਹਾ ਹੈ ਜੀ। ਜਿਹੜਾ ਅਜੇ ਰਸਤੇ ਵਿੱਚ ਹੈ, ਕਦੀ ਦਰਸ਼ਨ ਨਹੀਂ ਕੀਤੇ, ਸੁਣਿਆ ਬਹੁਤ ਹੈ, ਉਹ ਸਾਰੀ ਗੱਲ ਸਹੀ ਸਹੀ ਨਹੀਂ ਦੱਸ ਸਕਦਾ ਜੀ। ਇਹ ਭਗਤ ਠੀਕ ਹੈ, ਭਗਤ ਨੇ, ਪਰ ਸੰਗਤ ਜੀ ਤੁਰੇ ਹੋਏ ਨੇ, ਪਹੁੰਚੇ ਨਹੀਂ ਹੈਗੇ ਜੀ ਅਜੇ ਜੀ। ਇਹਨਾਂ ਦੇ ਮਨ ਵਿੱਚ ਵਿਚਾਰ ਆਈ ਵੀ ਗੁਰੂ ਸਾਹਿਬ ਬਾਣੀ ਦਾ ਗ੍ਰੰਥ ਲਿਖਾ ਰਹੇ ਹੈ, ਸਾਡੀ ਬਾਣੀ ਤੇ ਲਿਖਾ ਹੀ ਨਹੀਂ ਰਹੇ ਵਿੱਚ। ਤੇ ਸੰਗਤ ਜੀ, ਇਹਨਾਂ ਨੇ ਭਾਈ ਲੱਦਾ ਜੀ ਨੂੰ ਕੋਲ ਸੱਦਿਆ ਆਪਣੇ। ਭਾਈ ਲੱਦਾ ਜੀ ਨੂੰ ਕਹਿਣ ਲੱਗੇ, ਭਾਈ ਲੱਦੇ ਸਾਰੀ ਸਾਰੀ ਗੱਲ ਸਾਨੂੰ ਦੱਸ। ਭਾਈ ਲੱਦਾ ਜੀ ਨੇ ਭਗਤ ਜਾਣ ਕੇ ਸਤਿਕਾਰ ਕੀਤਾ, ਸਾਰੀ ਗੱਲ ਇਹਨਾਂ ਨੂੰ ਦੱਸੀ ਹੈ। ਮਹਾਰਾਜ ਕਿਵੇਂ ਆਪ ਬਾਣੀ ਲਿਖਵਾ ਰਹੇ ਹਨ, ਗੁਰੂਆਂ ਦੀ ਬਾਣੀ ਤੇ ਭਗਤਾਂ ਦੀ ਬਾਣੀ ਲਿਖੀ ਜਾ ਰਹੀ ਹੈ। ਭਾਈ ਲੱਦਾ ਜੀ ਤੇ ਚਲੇ ਗਏ। ਇਹਨਾਂ ਨੇ ਫਿਰ ਸੰਗਤ ਜੀ ਆਪਣੇ ਮਨ ਵਿੱਚ ਵਿਚਾਰ ਕੀਤੀ, ਚਾਰਾਂ ਨੇ ਅਸੀਂ ਗੁਰੂ ਸਾਹਿਬ ਜੀ ਕੋ ਜਾਵਾਂਗੇ, ਗੁਰੂ ਜੀ ਨੂੰ ਪੁੱਛਾਂਗੇ ਵੀ ਸਾਡੀ ਬਾਣੀ ਕਿਉਂ ਨਹੀਂ ਲਿਖੀ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਇੰਨਾ ਕੀ ਫਰਕ ਹੈਗਾ, ਇੱਥੋਂ ਪਤਾ ਲੱਗ ਜਾਂਦਾ। ਉਹ ਕਹਿੰਦੇ ਸਾਡੀ ਬਾਣੀ ਹੈ ਜੀ। ਹਾਂਜੀ, ਤੇ ਮਹਾਰਾਜ ਜੀ ਦੀ ਬਾਣੀ ਕੀ ਕਹਿੰਦੀ ਹੈ? ਮਹਾਰਾਜ ਕਹਿੰਦੇ ਬੁਲਾਇਆ ਬੋਲੀ ਤੇਰਾ। ਇਹ ਵਾਹਿਗੁਰੂ, ਮੈਂ ਤੇਰਾ ਬੁਲਾਇਆ ਬੋਲਦਾ, ਮੈਂ ਨਹੀਂ ਬੋਲਦਾ। ਗੁਰੂ ਸਾਹਿਬ ਕਹਿੰਦੇ ਨੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਗੁਰੂ ਸਾਹਿਬ ਨੇ ਕਿਹਾ ਬਾਣੀ ਮੇਰੀ ਨਹੀਂ ਹੈ, ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਇਹ ਭਗਤ ਕਹਿੰਦੇ ਬਾਣੀ ਸਾਡੀ ਹੈ ਜੀ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਧੁਰ ਕੀ ਬਾਣੀ ਹੈ, ਕਿਸੇ ਮਨੁੱਖ ਦੀ ਬਾਣੀ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਵਿੱਚ, ਸਾਰੀ ਬਾਣੀ ਧੁਰ ਕੀ ਹੈ ਜੀ। ਹਾਂ, ਕੁਝ ਭਗਤਾਂ ਦੇ ਮੁਖ ਤੇ ਆ ਗਈ ਹੈ, ਕੁਝ ਸਤਿਗੁਰਾਂ ਦੇ ਮੁਖ ਤੇ ਆ ਗਈ ਹੈ ਜੀ। ਮਹਾਰਾਜ ਬਾਣੀ ਚ ਕਹਿੰਦੇ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮਹਾਰਾਜ ਕਹਿੰਦੇ ਮੈਂ ਤੇ ਆਪਣਾ ਬੋਲ ਜਾਣਦਾ ਹੀ ਨਹੀਂ, ਜੋ ਮੈਨੂੰ ਹੁਕਮ ਹੋ ਰਿਹਾ ਮੈਂ ਉਹ ਬੋਲ ਰਿਹਾ। ਕਹਿਣ ਲੱਗੇ ਜੈਸੀ ਮੈਂ ਆਵੈ ਖਸਮ ਕੀ ਬਾਣੀ। ਖਸਮ ਕੀ ਬਾਣੀ ਹੈ। ਇਹ ਵਿਚਾਰ ਕਰਦੇ ਵੀ ਸਾਡੀ ਬਾਣੀ ਨਹੀਂ ਲਿਖੀ ਜੀ। ਜਦੋਂ ਇੱਥੋਂ ਹੀ ਗਲਤ ਹੋ ਗਏ ਸੀਗੇ। ਮੈਂ ਅੱਗੇ ਬੇਨਤੀ ਕੀਤੀ ਹੈ, ਤੁਰੇ ਹੋਏ ਨੇ। ਹੁਣ ਇੱਥੇ ਇੱਕ ਖਿਣ ਲਈ ਰੁਕਿਓ। ਬਹੁਤ ਸਾਰੇ ਬੰਦੇ ਅੱਜ ਵੀ ਕਾਨਾ ਜੀ, ਛੱਜੂ ਜੀ ਤੇ ਪੀਲੋ ਜੀ ਤੇ ਸ਼ਾਹ ਹੁਸੈਨ ਜੀ ਦੀ ਅਵਸਥਾ ਦੇ ਹਨ ਜੀ। ਤੁਰੇ ਹੋਏ ਨੇ ਪਰ ਆਪਣੇ ਆਪ ਨੂੰ ਪਹੁੰਚਿਆ ਹੋਇਆ ਸਮਝਦੇ ਹੈ ਜੀ। ਠੀਕ ਹੈ, ਤੁਰੇ ਹੈ, ਬਹੁਤ ਵਧੀਆ ਗੱਲ ਹੈ, ਰੱਬ ਦੇ ਰਸਤੇ ਤੇ ਤੁਰੇ ਹੋਏ ਹੈ, ਪਰ ਫਰਕ ਉੱਥੇ ਪੈ ਜਾਂਦਾ ਹੈ ਜਦੋਂ ਬੰਦਾ ਸਮਝ ਲੈਂਦਾ ਮੈਂ ਪਹੁੰਚ ਗਿਆ ਜੀ। ਇਮਾਨਦਾਰੀ ਨਾਲ ਦੱਸੇ ਵੀ ਮੈਂ ਅਜੇ ਤੁਰ ਰਿਹਾ, ਮੈਂ ਪਹੁੰਚਿਆ ਨਹੀਂ ਹਾਂ।
ਤੁਰ ਰਿਹਾ ਹਾਂ, ਤੁਰ ਵੀ ਉਹਦੀ ਮਿਹਰ ਨਾਲ ਰਿਹਾ ਹਾਂ ਇਸ ਰਸਤੇ ਤੇ ਜੀ। ਸੋ ਹੁਣ ਅੱਗੋਂ ਆਪਾਂ ਕਥਾ ਸਰਵਣ ਕਰਨੀ ਹੈ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਇਮ ਸਲਾਕਰ ਨਿਸਹ ਬਿਤਾਈ, ਭਈ ਪ੍ਰਾਤ ਕਾਨਾ ਅਸਵਾਰ। ਰਾਤ ਇਹਨਾਂ ਭਗਤਾਂ ਨੇ ਸਲਾਹ ਕੀਤੀ ਜੀ, ਹਾਂਜੀ, ਤੇ ਦਿਨ ਚੜ੍ਹਿਆ, ਦਿਨ ਹੋਇਆ, ਸਵੇਰ ਹੋਈ ਹੈ, ਕਾਨਾ ਜੀ ਘੋੜੇ ਤੇ ਚੜ ਗਏ ਜੀ। ਹਾਂਜੀ। ਤੀਨੋਂ ਅਪਰ ਗਮਨ ਕੋ ਠਾਨਿਓ, ਜਿਨ ਕੇ ਉਰ ਕੁਛ ਕੁਛ ਹੰਕਾਰ। ਨਾਲ 3 ਭਗਤ ਹੋਰ ਚੜੇ ਜੀ, ਕਾਨਾ ਜੀ, ਪੀਲੂ ਜੀ, ਛੱਜੋ ਜੀ ਤੇ ਸ਼ਾਹ ਹੁਸੈਨ ਜੀ, 4 ਹੋ ਗਏ ਜੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈਗੇ ਤੇ ਭਗਤ ਨੇ, ਪਰ ਜਿਨ ਕੇ ਉਰ ਕੁਛ ਕੁਛ ਹੰਕਾਰ, ਥੋੜਾ ਥੋੜਾ ਹੰਕਾਰ ਵੀ ਹੈਗਾ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਆ ਰਿਹਾ ਸੰਗਤ ਜੀ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ, ਸਾਧੋ ਮਨ ਕਾ ਮਾਨ ਤਿਆਗੋ। ਆਮ ਬੰਦੇ ਨੂੰ ਨਹੀਂ ਕਿਹਾ ਜੀ, ਸਾਧੋ ਸ਼ਬਦ ਵਰਤਿਆ। ਸਾਧੋ ਦਾ ਮਤਲਬ ਜਿਹੜਾ ਰੱਬ ਦੇ ਰਸਤੇ ਤੇ ਤੁਰ ਰਿਹਾ ਹੈ ਜੀ। ਕਈ ਵਾਰੀ ਆਮ ਬੰਦੇ 'ਚ ਇੰਨਾ ਮਾਣ ਨਹੀਂ ਹੁੰਦਾ ਜੀ, ਉਹਦੇ 'ਚ ਜ਼ਿਆਦਾ ਹੁੰਦਾ ਜਿਹੜਾ ਰੱਬ ਦੇ ਰਸਤੇ ਤੇ ਤੁਰਦਾ ਜੀ। ਉਹਨੂੰ ਹੁੰਦਾ ਵੀ ਲੋਕੀ ਤੇ ਟਿੱਚ ਹੈਗੇ, ਅਸੀਂ ਰੱਬ ਦੇ ਰਾਹ ਤੇ ਤੁਰਦੇ ਹਾਂ। ਮਹਾਰਾਜ ਨੇ ਉਹਨਾਂ ਬੰਦਿਆਂ ਨੂੰ ਆਖਿਆ ਜਿਹੜੇ ਰੱਬ ਦੇ ਰਸਤੇ ਤੇ ਤੁਰ ਰਹੇ ਨੇ, ਸਾਧੋ ਭਜਨ ਰਾਮ ਕੋ ਸਹੀ। ਮਹਾਰਾਜ ਕਹਿੰਦੇ ਸਾਧੋ ਤੁਹਾਨੂੰ ਤੇ ਗੱਲ ਸਮਝ ਆ ਗਈ ਹੈ, ਇਸ ਕਰਕੇ ਮਨ ਦਾ ਮਾਣ ਤਿਆਗ ਦਿਓ। ਤੁਰੇ ਹੋਏ ਨੇ ਇਸ ਰਸਤੇ ਤੇ, ਚੰਗੇ ਬੰਦੇ ਨੇ ਇਹ ਚਾਰੇ, ਪਰ ਸੰਗਤ ਜੀ ਕੁਛ ਕੁਛ ਹੰਕਾਰ ਹੈਗਾ ਜੀ। ਘੋੜੇ ਤੇ ਚੜੇ ਆ, ਅੰਮ੍ਰਿਤਸਰ ਨੂੰ ਆ ਰਹੇ ਆ। ਹਾਂਜੀ। ਪੰਥ ਜਾਮਨੀ ਏਕ ਬਿਤਾਈ। ਇੱਕ ਦਿਨ ਰਸਤੇ ਵਿੱਚ ਰਹੇ ਜੀ। ਲਾਹੌਰ ਤੋਂ ਅੰਮ੍ਰਿਤਸਰ ਆਉਣ ਲੱਗਿਆ ਇੱਕ ਦਿਨ ਰਾਹ 'ਚ ਰਹਿਣਾ ਪੈਂਦਾ ਸੀਗਾ ਜੀ। ਹਾਂਜੀ। ਅਗਲੇ ਦਿਨ ਗੁਰਪੁਰੀ ਮਝਾਰ। ਅਗਲੇ ਦਿਨ ਗੁਰੂ ਦੀ ਪੁਰੀ ਵਿੱਚ ਆ ਗਏ, ਇਸ ਸਾਡੇ ਅੰਮ੍ਰਿਤਸਰ ਵਿੱਚ ਆਏ ਜੀ। ਹਾਂਜੀ। ਆਏ ਪ੍ਰਵੇਸ਼ੇ ਮਾਨ ਵਿਸ਼ੇਸ਼ੇ। ਆ ਗਏ ਜੀ, ਤੇ ਮਾਣ ਹੈਗਾ ਜੀ ਵੀ ਅਸੀਂ ਭਗਤ ਹੈਗੇ ਆ ਜੀ। ਹਾਂਜੀ। ਪਹੁੰਚੇ ਸ਼੍ਰੀ ਗੁਰ ਕੇ ਦਰਬਾਰ। ਜਿੱਥੇ ਦੀਨ ਦੁਨੀਆ ਦੇ ਮਾਲਕ ਆਪ ਰੱਬ ਪਰਮੇਸ਼ਰ ਸ਼੍ਰੀ ਸਤਿਗੁਰੂ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਨੇ, ਉੱਥੇ ਪਹੁੰਚੇ ਚਾਰੋਂ ਜੀ ਗਏ। ਹਾਂਜੀ। ਹਰਮੰਦਰ ਸੁੰਦਰ ਕੇ ਅੰਦਰ, ਸ਼੍ਰੀ ਗੁਰ ਸ਼ੋਭਤ ਬਹੁਤ ਇਸ ਕਾਲ। ਪਤਾ ਕੀਤਾ ਵੀ ਮਹਾਰਾਜ ਕਿੱਥੇ ਬੈਠੇ ਆ, ਤੇ ਫਿਰ ਇਹਨਾਂ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਇਸ ਸਮੇਂ ਹਰਮੰਦਰ ਸਾਹਿਬ ਦੇ ਅੰਦਰ ਹਨ। ਇਹ ਸੰਗਤ ਜੀ ਫਿਰ ਹਰਮੰਦਰ ਸਾਹਿਬ ਆਏ ਜੀ। ਹਾਂਜੀ। ਲਖੇ ਮਾਨ ਜੁਤ ਭਗਤ ਆਗਵਨ, ਆਗੈ ਠਾਂਡੇ ਭਏ ਕਿਰਪਾਲ। ਹੁਣ ਇਹਨਾਂ ਵਿੱਚ ਮਾਣ ਹੈਗਾ ਜੀ, ਹੰਕਾਰ ਹੈਗਾ। ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗ ਗਿਆ ਵੀ ਆਪਣੇ ਆਪ ਨੂੰ ਭਗਤ ਕਹਿਣ ਵਾਲੇ 4 ਪੁਰਸ਼ ਆ ਰਹੇ ਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਸਭ ਕੁਝ ਜਾਣੀ ਜਾਣ, ਤੇ ਮਹਾਰਾਜ ਆਪ ਅਗਲਵੰਡੀ ਲੈਣ ਗਏ ਜੀ ਇਹਨਾਂ ਨੂੰ ਜੀ। ਅੱਜ ਅਸੀਂ ਹਰਿਮੰਦਰ ਸਾਹਿਬ ਬੈਠੇ, ਉੱਥੇ ਸ਼ਬਦ ਪੜ੍ਹਿਆ ਜਾ ਰਿਹਾ ਸੀਗਾ ਜੀ, ਪ੍ਰਭ ਮੇਰਾ ਅੰਤਰ ਜਾਮੀ ਜਾਣ, ਪ੍ਰਭ ਮੇਰਾ ਅੰਤਰ ਜਾਮੀ ਜਾਣ। ਮਹਾਰਾਜ ਕਹਿੰਦੇ ਉਹ ਪਿਆਰਿਓ, ਮੇਰਾ ਰੱਬ ਅੰਤਰ ਜਾਮੀ ਹੈ, ਦਿਲ ਦੀਆਂ ਗੱਲਾਂ ਜਾਣਦਾ ਹੈ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਾਣੀ ਜਾਣ। ਮਹਾਰਾਜ ਨੂੰ ਪਤਾ ਇਹ ਹੰਕਾਰ ਵਾਲੇ ਨੇ, ਫਿਰ ਵੀ ਉੱਠ ਕੇ ਬਾਹਰ ਆਏ ਸਤਿਕਾਰ ਕਰਨ ਵਾਸਤੇ ਜੀ। ਬੰਧਨ ਠਾਨ ਪਰਸਪਰ ਹਰਖਤ। ਮਹਾਰਾਜ ਨੇ ਇਹਨਾਂ ਨੂੰ ਨਮਸਕਾਰ ਕੀਤੀ, ਇਹਨਾਂ ਨੇ ਮਹਾਰਾਜ ਨੂੰ ਕੀਤੀ ਜੀ। ਬੜੀ ਖੁਸ਼ੀ ਨਾਲ ਮੇਲਾ ਗੇਲਾ ਹੋਇਆ ਜੀ।
ਕਹਿ ਬੈਠਾਰੇ ਸਭ ਹਿਤ ਨਾਲ। ਸੱਚੇ ਪਾਤਸ਼ਾਹ ਜੀ ਨੇ ਕਹਿ ਕੇ ਬੜੇ ਮਿੱਠੇ ਬੋਲ ਬੋਲ ਕੇ ਇਹਨਾਂ ਨੂੰ ਕੋਲ ਬਿਠਾਇਆ ਜੀ। ਬਹੁਤ ਮਿੱਠੇ ਬੋਲ ਬੋਲ ਕੇ ਕੋਲ ਬਿਠਾਇਆ। ਸ਼੍ਰੀ ਅਰਜਨ ਸਾਦਰ ਕਹਿ ਮਾਧੁਰ। ਮਹਾਰਾਜ ਸਤਿਕਾਰ ਨਾਲ ਤੇ ਮਿੱਠੀ ਬੋਲੀ ਵਿੱਚ ਇਹਨਾਂ ਨੂੰ ਕਹਿ ਰਹੇ ਨੇ। ਸਭ ਹਿਨ ਕਰੁਣਾ ਕੀਨ ਵਿਸਾਲ। ਮਹਾਰਾਜ ਕਹਿਣ ਲੱਗੇ ਤੁਸੀਂ ਸਾਰਿਆਂ ਬੜੀ ਕਿਰਪਾ ਕੀਤੀ, ਦਰਸ਼ਨ ਦਿੱਤੇ ਨੇ। ਕਿੰਨੀ ਨਿਮਰਤਾ ਮਹਾਰਾਜ ਵਿੱਚ ਦੀ। ਮਹਾਰਾਜ ਕਹਿਣ ਲੱਗੇ ਬੜੀ ਕਿਰਪਾ ਕੀਤੀ, ਤੁਸੀਂ ਸਾਨੂੰ ਦਰਸ਼ਨ ਦਿੱਤੇ ਨੇ। ਹਾਂਜੀ। ਦਰਸ਼ਨ ਦੀਨ ਕਿਰਤਾਰਥ ਕੀਨਸ ਪਰਮਾਰਥ ਮਨ ਭੀਨਸ ਨੀਤ। ਤੇ ਕਿਉਂ ਤੁਰੇ ਤੇ ਹੋਏ ਨੇ, ਭਗਤੀ ਤੇ ਕਰਦੇ ਆ, ਪਰ ਅੱਧ ਵਿਚਾਲੇ ਆ ਨਾ। ਮਹਾਰਾਜ ਕਹਿਣ ਲੱਗੇ ਭਾਈ ਤੁਹਾਡਾ ਤੇ ਮਨ ਰੱਬ ਦੇ ਰਸਤੇ ਤੇ ਤੁਰਨ ਵਾਲਾ ਹੈ, ਪਰਮ ਅਰਥ ਮਾਰਗ ਤੇ ਤੁਸੀਂ ਚੱਲਣ ਵਾਲੇ ਹੋ। ਹਾਂਜੀ। ਵਿੱਚ ਰਹੋ ਨਰਨ ਉਧਾਰਨ ਕਾਰਨ ਕਰੇ ਨਿਹਾਰਨ ਹੋਏ ਸੁਖ ਚੀਤ। ਮਹਾਰਾਜ ਕਹਿਣ ਲੱਗੇ ਤੁਹਾਡੇ ਵਰਗੇ ਨਾਮ ਜਪਣ ਵਾਲੇ ਪੁਰਸ਼ਾਂ ਦੇ ਦਰਸ਼ਨ ਕਰਕੇ ਤੇ ਸਮਾਂ ਸਫਲਾ ਹੋ ਜਾਂਦਾ, ਦਿਨ ਸਫਲਾ ਹੋ ਜਾਂਦਾ। ਬੜੀ ਕਿਰਪਾ ਕੀਤੀ, ਤੁਸੀਂ ਚੱਲ ਕੇ ਆਏ। ਮਹਾਰਾਜ ਕਹਿਣ ਲੱਗੇ ਦਰਸ਼ਨ ਦੇਣ ਵਾਸਤੇ। ਹਾਂਜੀ। ਕਾਰਨ ਕਵਨ ਆਪ ਆਗਵਨੂ ਗੁਰ ਪਵਨੂ ਮਿਲ ਕਰ ਸਮੁਦਾਏ। ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਇਹ ਵੀ ਕਿਰਪਾ ਕਰੋ, ਤੁਸੀਂ ਗੁਰੂ ਘਰ ਆਏ ਹੋ, ਕੀ ਕਾਰਨ ਹੈ ਆਉਣ ਦਾ? ਕੋਈ ਵਿਸ਼ੇਸ਼ ਗੱਲ ਹੈ? ਹਾਂਜੀ। ਸਭ ਮਹਿ ਅਧਿਕ ਹੰਕਾਰੀ। ਹਾਂਜੀ। ਕਾਨਾ ਕਾਨ ਸੁਨਤ ਜਸ ਮਨ ਉਮਗਾਏ। ਜਦੋਂ ਮਹਾਰਾਜ ਨੇ ਸਿਫਤ ਕੀਤੀ ਨਾ ਵੀ ਤੁਸੀਂ ਬੜੇ ਚੰਗੇ ਹੋ, ਬੜਾ ਪਰਉਪਕਾਰ ਕਰਦੇ ਹੋ, ਨਾਮ ਜਪਦੇ ਹੋ, ਇਹਨਾਂ ਚਾਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਹਉਮੈ ਦਾ ਰੋਗ ਹੈ ਨਾ ਜਿਹਨੂੰ, ਉਹ ਹੈ ਕਾਨਾ। ਹਉਮੈ ਵਾਲੇ ਬੰਦੇ ਦੀ ਦੋ ਤਾਰੀਫ ਚ ਬੋਲ ਬੋਲਦੇ ਹੋ, ਅਗਲਾ ਹੋਰ ਚੌੜਾ ਹੋ ਜਾਏਗਾ ਜੀ, ਹੋਰ ਮਨ ਚ ਮਾਣ ਆ ਗਿਆ ਜੀ। ਤੇ ਕਾਨਾ ਜੀ ਫਿਰ ਇੰਜ ਕਹਿਣ ਲੱਗੇ ਆਵਨ ਹੇਤ ਨਿਕੇਤ ਬਿਖੇ ਤੁਮ ਹਮਰੋ ਭਇਓ ਲਖੋ ਇਸ ਭਾਏ। ਕਹਿਣ ਲੱਗਾ ਜੀ ਸਾਡੇ ਆਉਣ ਦਾ ਕਾਰਨ ਸੁਣ ਲਓ ਫਿਰ ਧਿਆਨ ਨਾਲ। ਹਾਂਜੀ। ਸੁਨਿਓ ਤਹਾਂ ਬੜ ਰਚਿਓ ਗ੍ਰੰਥ ਜੀ ਬਾਣੀ ਪੰਚ ਗੁਰੂਨ ਬਨਾਏ। ਗੱਜ ਕੇ ਆਖੋ। ਕਹਿਣ ਲੱਗਾ ਸੁਣਿਆ ਵੀ ਤੁਸੀਂ ਗ੍ਰੰਥ ਸਾਹਿਬ ਬਣਾ ਰਹੇ ਹੋ, ਪੰਜ ਗੁਰੂਆਂ ਦੀ ਬਾਣੀ ਵੀ ਹੈ ਉਹਦੇ ਵਿੱਚ ਦਰਜ ਕੀਤੀ ਹੋਈ ਤੁਸੀਂ, ਅਸੀਂ ਸੁਣਿਆ ਕਹਿੰਦੇ ਕੰਨਾਂ ਤੋਂ। ਹਾਂਜੀ। ਗਨ ਭਗਤਨ ਕੇ ਸ਼ਬਦ ਲਿਖਾਏ ਸਭ ਰਾਗਨ ਕੇ ਬਿਖੇ ਬਨਾਏ। ਫਿਰ ਉਹਦੇ ਵਿੱਚ ਭਗਤਾਂ ਦੇ ਸ਼ਬਦ ਵੀ ਲਿਖਾਏ ਨੇ ਤੁਸੀਂ, ਹਰ ਰਾਗ ਵਿੱਚ ਭਗਤਾਂ ਦੇ ਸ਼ਬਦ ਲਿਖੇ ਹੋਏ ਨੇ ਤੁਸੀਂ। ਹਾਂਜੀ। ਤਿੰਨ ਮਹਿ ਤਿੰਨ ਸਭ ਕੇ ਨਹਿ ਦੇ ਅਗਰੇ ਅਬ ਜਗ ਮੈਂ ਬਿਤਤ ਨਹੀਂ ਬਹੁ ਥਾਏ। ਕਾਨਾ ਜੀ ਕਹਿਣ ਲੱਗੇ ਜਿਨ੍ਹਾਂ ਦੀ ਬਾਣੀ ਤੁਸੀਂ ਲਿਖੀ ਹੈ ਭਗਤਾਂ ਦੇ ਸ਼ਬਦ, ਉਹ ਤੇ ਹੁਣ ਹੈਗੇ ਹੀ ਨਹੀਂ ਸੰਸਾਰ 'ਚ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਹੀ ਗਲਤ ਹੋ ਗਏ ਜੀ। ਕਿਉਂ ਨਹੀਂ ਹੈਗੇ ਜੀ? ਕਬੀਰ ਜੀ, ਰਵਿਦਾਸ ਜੀ, ਜੈਦੇਵ, ਤਿਰਲੋਚਨ, ਨਾਮਦੇਵ ਜੀ ਹੁਣ ਵੀ ਹੈਗੇ ਆ ਜੀ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਨਹੀਂ ਮਰਤਾ। ਪਰ ਇਹ ਉੱਤੇ ਉੱਤੇ ਜਿਉ ਰਹੇ ਹੈ ਨਾ। ਕਹਿੰਦੇ ਜੀ ਉਹ ਤੇ ਸਰੀਰ ਕਦੋਂ ਦੇ ਤਿਆਗ ਗਏ ਜਿਨ੍ਹਾਂ ਦੀ ਬਾਣੀ ਲਿਖੀ ਤੁਸੀਂ। ਹਾਂਜੀ। ਬਾਦ ਰਹਿ ਠਾਨਤ ਬਹੁ ਹਿੰਦੂ ਤੁਰਕ ਨਾ ਚੀਨ ਸਕੈ ਸਮੁਦਾਏ। ਇਹ ਗ੍ਰੰਥ ਨੂੰ ਹਿੰਦੂਆਂ ਨੇ ਵੀ ਨਹੀਂ ਮੰਨਣਾ ਤੇ ਤੁਰਕਾਂ ਨੇ ਵੀ ਨਹੀਂ ਮੰਨਣਾ। ਹਾਂਜੀ। ਕਹਾਂ ਭਏ ਨਰ ਲਖੈ ਨਾ ਤਿਨ ਕੋ ਹੁਤੇ ਕੌਣ ਕਿਮ ਭਏ ਸੁਭਾਏ। ਕਿਉਂ? ਜਿਨ੍ਹਾਂ ਭਗਤਾਂ ਦੀ ਬਾਣੀ ਤੁਸੀਂ ਲਿਖੀ ਹੈ, ਕੀ ਪਤਾ ਕਿਹੜੇ ਸਮੇਂ ਹੋਏ ਕਹਿਣ ਲੱਗੇ। ਕਿਉਂਕਿ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਮਹਾਰਾਜ ਨੇ ਵਿੱਚ ਲਿਖਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਮਹਾਂਪੁਰਖਾਂ ਦੀ ਬਾਣੀ ਸਭ ਤੋਂ ਜ਼ਿਆਦਾ ਪੁਰਾਣੇ ਬਾਬਾ ਕਬੀਰ ਫਰੀਦ ਜੀ ਹਨ ਜੀ। ਹਾਂਜੀ। ਪਾਕ ਪੱਟਣ ਵਿੱਚ ਰਹਿਣ ਵਾਲੇ ਜੀ। 11ਵੀਂ ਸਦੀ ਵਿੱਚ ਹੋਏ ਜੀ ਬਾਬਾ ਜੀ, ਬਾਬਾ ਫਰੀਦ ਜੀ। ਕਾਨਾ ਜੀ ਕਹਿਣ ਲੱਗੇ ਕੀ ਪਤਾ ਉਹ ਕਦੋਂ ਦੇ ਹੋਏ ਆ, ਕਦੋਂ ਸਰੀਰ ਤਿਆਗ ਗਏ, ਕੋਈ ਜਾਣਦਾ ਨਹੀਂ ਉਹਨਾਂ ਨੂੰ। ਹਾਂਜੀ। ਹਮ ਜੀਵਤ ਆਨੰਦ ਰਸ ਪੀਵਤ। ਅਸੀਂ ਜਿਉਂਦੇ ਜਾਗਦੇ ਆ, ਸਦਾ ਨਾਮ ਦਾ ਆਨੰਦ ਰਸ ਛਕਦੇ ਆ। ਬਿਦਤ ਸੋ ਥੀਵਤ ਜਗਤ ਮਝਾਰ। ਜਗਤ ਵਿੱਚ ਪ੍ਰਗਟ ਆ,
ਲੋਕ ਸਾਨੂੰ ਜਾਣਦੇ ਆ, ਮੰਨਦੇ ਆ। ਹਾਂਜੀ, ਜਾਣਹਿ ਰਾਓ ਰੰਕ ਮੈਂ ਸਗਰੇ, ਅਮੀਰ ਗਰੀਬ ਸਭ ਨੂੰ ਪਤਾ ਵੀ ਕਾਨਾ ਭਗਤ ਹੈਗਾ। ਹਾਂਜੀ, ਮਾਨਹਿ ਬਚਨ ਚਰਨ ਸਿਰ ਧਾਰ, ਤੇ ਫਿਰ ਜੋ ਅਸੀਂ ਕਹਿੰਨੇ ਆ ਉਹ ਸਾਡੀ ਗੱਲ ਮੰਨਦੇ, ਸਾਡੀ ਗੱਲ ਕੋਈ ਮੋੜਦਾ ਨਹੀਂ, ਲੋਕ ਸਾਡਾ ਸਤਿਕਾਰ ਕਰਦੇ ਆ। ਹਾਂਜੀ, ਬਾਣੀ ਲਿਖੀ ਮ੍ਰਿਤਕ ਜੇ ਹੋਏਗੇ, ਹਮ ਜੀਵਤ ਕੀ ਸੁਧ ਨੈ ਲੀਨ। ਤੇ ਫਿਰ ਨਾ ਕਾਨਾ ਜੀ ਨੇ ਥੋੜੇ ਸਖਤ ਬੋਲ ਬੋਲੇ ਗੁਰੂ ਅਰਜਨ ਸਾਹਿਬ ਜੀ ਅੱਗੇ। ਡਰ ਆਉਂਦਾ ਇਹੋ ਜਿਹੀਆਂ ਗੱਲਾਂ ਕਰਨ ਨੂੰ, ਉਹ ਤੇ ਹੰਕਾਰ 'ਚ ਬੋਲ ਗਏ ਜੀ। ਕਿਉਂਕਿ ਭਗਤ ਨਾਮਦੇਵ ਜੀ, ਭਗਤ ਸਧਨਾ ਜੀ, ਭਗਤ ਪੀਪਾ ਜੀ, ਭਗਤ ਜੈਦੇਵ ਜੀ, ਕਬੀਰ ਜੀ ਬੜੀਆਂ ਵੱਡੀਆਂ ਹਸਤੀਆਂ ਨੇ ਜੀ। ਕਾਨਾ ਜੀ ਕਹਿਣ ਲੱਗੇ ਮਰਿਆਂ ਦੀ ਬਾਣੀ ਤੇ ਲਿਖ ਲਈ, ਜਿਉਂਦਿਆਂ ਨੂੰ ਪੁੱਛਦੇ ਨਹੀਂ ਜੇ। ਕੌਣ ਦੱਸੇ? ਉਹ ਤੇ ਸਦਾ ਜੀਵਦੇ ਨੇ ਉਹ। ਜੇ ਹਮਰੇ ਤੁਮ ਸ਼ਬਦ ਲਿਖੋ ਨਹਿ, ਕਿਮ ਪ੍ਰਮਾਨ ਹੋਏ ਗ੍ਰੰਥ ਨਵੀਨ। ਜੇ ਸਾਡੇ ਸ਼ਬਦ ਨਾ ਲਿਖੇ ਤੇ ਗ੍ਰੰਥ ਨੂੰ ਮਾਨਤਾ ਨਹੀਂ ਮਿਲਣੀ, ਕਹਿਣ ਲੱਗੇ। ਹਾਂਜੀ, ਸੁਨਹਿ ਨਾ ਪੜ੍ਹੈ ਨਾ, ਕਹਿਓ ਨਾ ਮਾਨਹਿ, ਲਿਖੈ ਨਾ ਜੇ ਨਰ ਅਧਿਕ ਪਰਬੀਨ। ਕੋਈ ਸੁਣੇਗਾ ਨਹੀਂ, ਪੜ੍ਹੇਗਾ ਨਹੀਂ ਤੇ ਫਿਰ ਮੰਨੇਗਾ ਨਹੀਂ ਇਸ ਗ੍ਰੰਥ ਨੂੰ। ਉਹਨਾਂ ਕਹਿਣਾ ਕਾਨੇ ਦੀ ਬਾਣੀ ਨਹੀਂ ਵਿੱਚ ਹੈਗੀ, ਮੈਂ ਇੰਨਾ ਮਸ਼ਹੂਰ ਹੈਗਾ, ਕਹਿਣ ਲੱਗੇ। ਹਾਂਜੀ, ਬੋਲੇ ਸ਼੍ਰੀ ਅਰਜਨ ਹਮ ਬਾਣੀ, ਜਿਤ ਕਿਤ ਹੋਤੀ ਕਰੀ ਇਕ ਥਾਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਵੇਖੋ ਮਹਾਰਾਜ ਦੀ ਨਿਮਰਤਾ। ਗੁਰੂ ਅਰਜਨ ਸਾਹਿਬ ਕਾਨਾ ਜੀ ਨੂੰ ਕਹਿਣ ਲੱਗੇ, ਕਾਨਾ ਜੀ ਅਸੀਂ ਸਾਰੀ ਬਾਣੀ ਇਕੱਠੀ ਕੀਤੀ, ਸਾਨੂੰ ਜਿੱਥੋਂ ਜਿੱਥੋਂ ਪ੍ਰਾਪਤ ਹੋਈ, ਕਹਿਣ ਲੱਗੇ। ਹਾਂਜੀ, ਬ੍ਰਿੰਦ ਭਗਤ ਸੋ ਲਖ ਕਰ ਆਏ, 300 ਕਹਿਓ ਸੋ ਹਮ ਸਮਝਾਏ। ਜਿਹੜੇ ਜਿਨ੍ਹਾਂ ਭਗਤਾਂ ਨੂੰ ਤੁਸੀਂ ਮਰੇ ਹੋਏ ਕਹਿ ਰਹੇ ਹੋ, ਸੱਚਖੰਡ ਵਿੱਚੋਂ ਉਹ ਸਾਡੇ ਕੋਲ ਆਏ, ਕਹਿਣ ਲੱਗੇ। ਉਹਨਾਂ ਕਿਹਾ, ਉਹਨਾਂ ਸਾਨੂੰ ਬਾਣੀ ਆਪਣੀ ਪਹਿਲਾਂ ਸੁਣਾਈ। ਹਾਂਜੀ, ਗੁਰਬਾਣੀ ਅਨੁਸਾਰ ਬਣਾਈ। ਅਸੀਂ ਵੇਖਿਆ ਵੀ ਇਹਨਾਂ ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮੇਲ ਖਾਂਦੀ ਹੈ, ਇੱਕੋ ਹੀ ਗੱਲ ਹੈ। ਹਾਂਜੀ, ਦੇਖ ਮਿਲਤ ਕੋ ਦਈ ਲਿਖਾਏ। ਇਸ ਕਰਕੇ ਅਸੀਂ ਉਹ ਗ੍ਰੰਥ ਸਾਹਿਬ ਵਿੱਚ ਲਿਖਾ ਦਿੱਤੀ ਹੈ, ਕਹਿਣ ਲੱਗੇ। ਹਾਂਜੀ, ਤੁਮ ਅਬ ਆਏ ਕਰਹੋ ਸ਼ਬਦ ਨਿਜ, ਸੁਨੈ ਉਚਿਤ ਤਬ ਦੇਹ ਚੜਾਏ। ਮਹਾਰਾਜ ਕਹਿਣ ਲੱਗੇ ਤੁਸੀਂ ਵੀ ਆਪਣੀ ਬਾਣੀ ਉਚਾਰੋ, ਵੇਖ ਲਾਂਗੇ ਜੇ ਤੁਹਾਡੀ ਬਾਣੀ ਉਚਿਤ ਹੋਈ ਅਸੀਂ ਲਿਖ ਦਿਆਂਗੇ, ਕਹਿਣ ਲੱਗੇ। ਹਾਂਜੀ, ਬ੍ਰਹਮ ਗਿਆਨ ਕੋ ਮਨ ਅਭਿਮਾਨਾ, ਸੁਨ ਕਾਨਾ ਉਰ ਹਰਖਤ ਹੋਏ। ਗੱਜ ਕੇ ਆਖੋ। ਕਾਨਾ ਜੀ ਨੂੰ ਹੁਣ ਹੰਕਾਰ ਸੀਗਾ ਜੀ, ਬੜੇ ਹੰਕਾਰ ਵਿੱਚ ਆਏ, ਖੁਸ਼ ਹੋਏ ਵੀ ਹੁਣ ਗੱਲ ਬਣ ਜਾਏਗੀ ਸਾਡੀ ਜੀ। ਕਿਉਂ ਕਾਨਾ ਜੀ ਨੂੰ ਪਤਾ ਗੁਰੂ ਅਰਜਨ ਦੇਵ ਜੀ ਨੇ ਜੋ ਲਿਖ ਦਿੱਤਾ, ਰਹਿੰਦੀ ਦੁਨੀਆ ਤੱਕ ਲੋਕਾਂ ਨੇ ਮੰਨਣਾ ਪੂਜਣਾ ਹੈ ਜੀ। ਹਾਂਜੀ, ਜਾਣਿਓ ਗੁਰ ਅਨੁਸਾਰ ਹਮਾਰੇ, ਮੈਂ ਕਿਆ ਲਗੋ ਹੋ ਲਖੈ ਨਾ ਜੋਏ। ਤੇ ਉਹਨਾਂ ਸਮਝ ਲਿਆ ਵੀ ਗੁਰੂ ਸਾਹਿਬ ਦੇ ਉੱਤੇ ਸਾਡਾ ਪ੍ਰਭਾਵ ਪੈ ਗਿਆ ਹੈ, ਸਾਡੀ ਗੱਲ ਮੰਨ ਲੈਣਗੇ ਹੁਣ। ਹਾਂਜੀ, ਬਾਣੀ ਕਰੋ ਬਨਾਵਨ ਆਪਣੀ, ਬ੍ਰਹਮ ਗਿਆਨ ਕੇ ਬਿਖੇ ਪਰੋਏ। ਸੱਚੇ ਪਾਤਸ਼ਾਹ ਕਹਿਣ ਲੱਗਾ, ਵਾਹਿਗੁਰੂ ਕਾਨਾ ਫਿਰ ਮਹਾਰਾਜ ਨੂੰ ਬਾਣੀ ਸੁਣਾਉਣ ਲੱਗਾ ਜੀ ਆਪਣੀ ਜੀ। ਹਾਂਜੀ, ਬਿਦ ਤਹਿ ਜਿਤ ਕਿਤ ਚਿਤ ਇਵ ਚਿਤਵਤ, ਬੋਲਿਓ ਸ਼ਬਦ ਅਹਮ ਬ੍ਰਹਮ ਸੋਏ। ਉਹਦੀ ਬਾਣੀ ਵਿੱਚ ਪਤਾ ਕੀ ਮਹਿਸੂਸ ਹੋ ਰਿਹਾ ਸੀ ਵੀ ਮੈਂ ਹੀ ਰੱਬ ਹਾਂ। ਗੱਜ ਕੇ ਆਖੋ ਸੰਗਤ ਜੀ, ਗੱਜ ਕੇ। ਉਹਦੀ ਬਾਣੀ 'ਚ ਮਹਿਸੂਸ ਹੋ ਰਿਹਾ ਸੀ ਵੀ ਮੈਂ ਰੱਬ ਹਾਂ। ਕਾਨੋ ਵਾਚ। ਕਾਨਾ ਦੀ ਫਿਰ ਬੋਲ ਕੇ ਸੁਣਾਉਣ ਲੱਗੇ ਸੱਚੇ ਪਾਤਸ਼ਾਹ ਜੀ ਨੂੰ। ਹਾਂਜੀ, ਓਰੀ ਰੇ ਮੈਂ ਓਰੀ ਰੇ, ਉਹੀ ਰੇ ਮੈਂ ਉਹੀ ਰੇ। ਗੱਜ ਕੇ ਆਖੋ। ਇੱਥੋਂ ਹੀ ਗੱਲ ਖਰਾਬ ਹੋ ਗਈ ਜੀ। ਕਹਿੰਦੇ ਮੈਂ ਉਹੋ ਹੀ ਹਾਂ। ਕੌਣ? ਸੁਣਿਆ। ਜਾਂ ਕੋ ਵੇਦ ਪੁਰਾਨ ਸਭ ਗਾਵੇ, ਖੋਜਤ ਖੋਜ ਨਾ ਕੋਈ ਰੇ। ਜਿਹਦਾ ਜਸ ਵੇਦ ਪੁਰਾਣ ਗ੍ਰੰਥਾਂ ਵਿੱਚ ਜਿਸ ਰੱਬ ਬਾਰੇ ਲਿਖਿਆ ਨਾ,
ਕਾਨਾ ਜੀ ਕਹਿੰਦੇ ਮੈਂ ਉਹੀ ਹੈਗਾ। ਹਾਂਜੀ। ਜਾਕੋ ਨਾਰਦ ਸਾਰਦ ਸੇਵੈ, ਸੇਵੈ ਦੇਵੀ ਦੇਵਾਰੇ, ਬ੍ਰਹਮ ਵਿਸ਼ਨ ਮਹੇਸ਼ ਅਰਾਧੈ, ਸਭ ਕਰਦੇ ਜਾ ਕੀ ਸੇਵਾ ਰੇ। ਨਾਰਦ ਤੇ ਸਾਰਦ ਜਿਹਨੂੰ ਮੰਨਦੇ ਮੈਂ ਉਹ ਹੈਗਾ, ਦੇਵੀ ਦੇਵਤੇ ਜਿਹਨੂੰ ਮੰਨਦੇ ਮੈਂ ਉਹ ਹੈਗਾ, ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਜਿਹਦਾ ਨਾਮ ਜਪਦੇ ਮੈਂ ਉਹ ਹੈਗਾ, ਮੇਰੀ ਸਾਰੇ ਸੇਵਾ ਕਰਦੇ। ਹਾਂਜੀ। ਕਹਿ ਕਾਨਾ ਅਸ ਮਮ ਸਰੂਪ ਹੈ, ਅਪਰੰਪਰ ਅਲਖ ਅਭੇਵਾਰੇ। ਕਾਨਾ ਜੀ ਕਹਿੰਦੇ ਇਹ ਮੇਰਾ ਸਰੂਪ ਹੈ, ਮੈਂ ਅਪਰੰਪਰ ਹਾਂ, ਮੈਂ ਅਲਖ ਹਾਂ। ਗੱਜ ਕੇ ਆਖੋ, ਮੈਂ ਹੋ ਅਪਰੰਪਰ ਹਾਂ, ਮੈਂ ਹੋਈ ਅਲਖ ਹਾਂ। ਜਦੋਂ ਇਸ ਤਰ੍ਹਾਂ ਕਿਹਾ, ਹੁਣ ਸੱਚੇ ਪਾਤਸ਼ਾਹ ਕੀ ਜਵਾਬ ਦੇਣਗੇ ਜੀ? ਚੇਤਾ ਰੱਖਿਓ, ਗੁਰਬਾਣੀ ਵਿੱਚ ਹੰਕਾਰ ਵਾਲਾ ਗੱਲ ਨਹੀਂ ਹੈਗੀ ਜੀ। ਕੋਈ ਵੀ ਐਸੀ ਕੋਈ ਪੰਕਤੀ ਨਹੀਂ ਹੈਗੀ ਜਿਹਨੂੰ ਪੜ੍ਹ ਕੇ ਜਿਗਿਆਸੂ ਨੂੰ ਹੀ ਮਾਣ ਹੋ ਜਾਏ, ਹੰਕਾਰ ਹੋ ਜਾਏ ਜੀ। ਹੁਣ ਕੋਈ ਬੰਦਾ ਪੜ੍ਹ ਲੇ ਜੀ, ਰਾਗੀ ਸਿੰਘ ਗਾਉਣ ਲੱਗ ਪੈਣ, ਮੈਂ ਉਹੋ ਹੀ ਹਾਂ, ਮੈਂ ਉਹੋ ਹੀ ਹਾਂ। ਸੰਗਤ ਵੀ ਸਮਝ ਲੈ ਵੀ ਮੈਂ ਵੀ ਉਹੋ ਹੀ ਹਾਂ, ਮੈਂ ਵੀ ਉਹੋ ਹੀ ਹਾਂ, ਤੇ ਗੱਲ ਥੋੜੀ ਬਣੇਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਤੇ ਆਖਿਆ ਗਿਆ, ਤੂੰ ਕਰਤਾ ਸਚਿਆਰ ਮੈਂਡਾ ਸਾਈ। ਹੇ ਵਾਹਿਗੁਰੂ, ਤੂੰ ਕਰਤਾ ਹੈ, ਤੂੰ ਸਚਿਆਰ ਹੈ, ਤੂੰ ਮੇਰਾ ਮਾਲਕ ਹੈ। ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਇੱਥੇ ਕਿਹਾ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਇੱਥੇ ਤੇ ਰੱਬ ਦੀਆਂ ਸਿਫਤਾਂ ਨੇ। ਉਹ ਕਹਿਣ ਲੱਗ ਪਏ ਮੈਂ ਉਹੋ ਹੀ ਹਾਂ, ਮੈਂ ਉਹੋ ਹੀ ਹਾਂ। ਇਹ ਗੱਲ ਤੇ ਨਹੀਂ ਬਣੇਗੀ ਜੀ। ਹਾਂਜੀ। ਸਵਈਆ ਛੰਦ ਇਮ ਆਸ਼ੈ ਜਬ ਆਪਨ ਜਨਾਇਓ, ਸ਼੍ਰੀ ਅਰਜਨ ਸੁਨ ਦੀਨ ਹਟਾਏ। ਤੇ ਭਾਈ ਗੁਰਦਾਸ ਜੀ ਲਾਗੇ ਬੈਠੇ ਸਨ, ਲਿਖਣ ਲੱਗੇ। ਮਹਾਰਾਜ ਕਹਿੰਦੇ ਨਹੀਂ, ਇਹ ਨਹੀਂ ਲਿਖਣਾ, ਕਹਿਣ ਲੱਗੇ। ਹਾਂਜੀ। ਹਮਰੇ ਇਹੋ ਪ੍ਰਮਾਣ ਨਾ ਹੋਏ ਹੈ, ਸਾਡੇ ਅਨੁਸਾਰ ਇਹ ਬਾਣੀ ਨਹੀਂ ਹੈਗੀ, ਕਹਿਣ ਲੱਗੇ। ਗੁਰੂ ਅਰਜਨ ਸਾਹਿਬ ਖੁਦ ਰੱਬ ਹੋ ਕੇ ਆਪਣੇ ਆਪ ਨੂੰ ਦਾਸ ਕਹਿੰਦੇ ਜੀ। ਵਾਹਿਗੁਰੂ ਦਾ ਜੀ, ਦਾਸ ਦਾਸਨ ਕੇ ਪਾਨੀ ਹਾਰੇ। ਮਹਾਰਾਜ ਕਹਿੰਦੇ, ਹੇ ਰੱਬ ਜੀ, ਮੈਂ ਤੁਹਾਡੇ ਸੇਵਕਾਂ ਦੇ ਸੇਵਕਾਂ ਦਾ ਪਾਣੀ ਢੋਣ ਵਾਲਾ ਹੈਗਾ ਜੀ। ਕਿਤੇ ਨਹੀਂ ਮਹਾਰਾਜ ਨੇ ਕਿਹਾ ਮੈਂ ਰੱਬ ਹੈਗਾ ਜੀ। ਹਾਂਜੀ। ਮਹਾਰਾਜ ਕਹਿੰਦੇ ਨਾ, ਇਹ ਅਨੁਕੂਲ ਨਹੀਂ ਹੈਗੀ। ਅਧੂਰੀਆਂ ਤੇ ਕੱਚੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਦਾਖਲ ਨਹੀਂ ਹੋ ਸਕਦੀਆਂ। ਇੱਕ ਵੀ ਬਚਨ ਤੁਸੀਂ ਕੱਢ ਕੇ ਵਿਖਾ ਦਿਓ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਅਧੂਰਾ ਹੋਵੇ ਜੀ। ਕੋਈ ਇੱਕ ਸ਼ਬਦ ਵੀ ਅਧੂਰਾ ਨਹੀਂ ਹੈਗਾ, ਸਭ ਪੂਰਾ ਹੀ ਹੈ ਜੀ। ਹਾਂਜੀ। ਪਠੈ ਸਿੱਖ ਹੰਕਾਰ ਬਢਾਏ। ਮਹਾਰਾਜ ਕਾਨਾ ਜੀ ਨੂੰ ਕਹਿਣ ਲੱਗੇ, ਕਾਨਾ ਜੀ ਜਦੋਂ ਸਾਡੇ ਸਿੱਖ ਪੜਨਗੇ ਹੰਕਾਰ ਵਧੇਗਾ ਉਹਨਾਂ ਦਾ। ਕਹਿਣ ਲੱਗੇ, ਸਾਰੇ ਹੀ ਕਹਿਣਗੇ ਮੈਂ ਰੱਬ ਹੈਗਾ ਜੀ, ਮੈਂ ਹੀ ਰੱਬ ਹੈਗਾ ਜੀ। ਹਾਂਜੀ। ਹੈ ਤੋ ਸਹੀ ਤਉ ਨਰ ਕਲ ਕੇ, ਬਿਗਰੈ ਲਗੈ ਬੇਕਾਰਨ ਧਾਏ। ਮਹਾਰਾਜ ਕਹਿੰਦੇ ਹੈ ਤੇ ਠੀਕ ਹੈ ਗੱਲ, ਬੰਦੇ ਦੀ ਅਵਸਥਾ ਬਣ ਜਾਂਦੀ ਹੈ, ਬੰਦਾ ਰੱਬ ਬਣ ਜਾਂਦਾ। ਮਹਾਰਾਜ ਕਹਿਣ ਲੱਗੇ, ਹੈ ਤੇ ਗੱਲ ਠੀਕ ਹੈ, ਬੰਦਾ ਰੱਬ ਬਣ ਜਾਂਦਾ ਹੈ, ਪਰ ਇਸ ਤਰ੍ਹਾਂ ਦੇ ਬੋਲ ਬੋਲੇਗਾ ਆਮ ਬੰਦਾ ਤੇ ਉਹ ਹੰਕਾਰੀ ਹੋ ਜਾਏਗਾ ਜੀ। ਹਾਂਜੀ। ਗਤ ਕਿਤ ਰਹੀ ਨਰਕ ਹੋਏ ਪ੍ਰਾਪਤ। ਇਹ ਗੱਲਾਂ ਬੋਲ ਕੇ ਤੇ ਬੰਦਾ ਆਪਣੇ ਆਪ ਨੂੰ ਰੱਬ ਅਖਵਾ ਕੇ ਤੇ ਨਰਕਾਂ ਨੂੰ ਜਾਏਗਾ। ਮਹਾਰਾਜ ਕਹਿਣ ਲੱਗੇ। ਹਾਂਜੀ। ਜਾਂ ਤੇ ਹਮਨੇ ਇਸੈ ਚੜਾਏ। ਇਸ ਕਰਕੇ ਅਸੀਂ ਇਹ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖ ਸਕਦੇ। ਚਲੋ ਉਹ ਗ੍ਰੰਥ ਸਾਹਿਬ ਕਹਿੰਦੇ ਸੀਗੇ ਜੀ, ਗੁਰਤਾ ਗੱਦੀ ਨਹੀਂ ਸੀ ਮਿਲੀ। ਹਾਂਜੀ। ਇਸ ਪਰ ਸੁਨ ਦ੍ਰਿਸ਼ਟਾਂਤ ਹਮਾਰੋ। ਹੁਣ ਕੱਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਥੋੜੀ ਵੀ ਗੱਲ ਰੱਦ ਕਰਤੀ, ਸਹੀ ਨਹੀਂ ਦੱਸੀ। ਮਹਾਰਾਜ ਕਹਿੰਦੇ ਨਹੀਂ, ਪ੍ਰਮਾਣ ਵੀ ਸੁਣ ਲਓ ਵੀ ਇਹ ਗੱਲ ਕਿੱਥੋਂ ਤੱਕ ਸਹੀ ਹੈ ਤੇ ਕਿੱਥੋਂ ਤੱਕ ਗਲਤ ਹੈ। ਹਾਂਜੀ। ਬ੍ਰਹਮ ਗਿਆਨ ਅਰ ਕ੍ਰਿਤ ਸਮਾਨ। ਬ੍ਰਹਮ ਗਿਆਨ ਹੈ ਨਾ ਜਿਹੜਾ, ਬ੍ਰਹਮ ਗਿਆਨ ਸੱਚੇ ਪਾਤਸ਼ਾਹ ਕਹਿੰਦੇ ਘਿਓ ਵਰਗਾ, ਘਿਓ ਵਰਗਾ, ਦੇਸੀ ਘਿਓ ਵਰਗਾ ਜੀ। ਰੱਬ ਦਾ ਗਿਆਨ ਪ੍ਰਾਪਤ ਹੋ ਜਾਣਾ ਜੀ। ਕਿਹਦੇ ਵਰਗਾ? ਦੇਸੀ ਘਿਓ ਵਰਗਾ ਜੀ। ਹੁਣ ਗੱਲ ਸਾਰੀ ਸਮਝਿਓ ਮਹਾਰਾਜ ਕੀ ਕਹਿ ਰਹੇ ਨੇ ਜੀ।
ਹਾਂਜੀ ਕਾਫੀ ਹੰਕਾਰੀ ਖਾਏ ਗ੍ਰਹਿਣ ਕਰ, ਹਾਂਜੀ ਛਾਤੀ ਬੋਝ ਬਦੈ ਵੱਡ ਮਾਨ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਕਾਨ੍ਹਾ ਜੀ ਬਲਗਮ ਹੋਈ ਜਿਹਨੂੰ ਰੇਸ਼ਾ ਹੈਗਾ, ਉਹ ਸਿੱਧਾ ਘਿਓ ਖਾਵੇ, ਉਹਦੀ ਛਾਤੀ ਤੇ ਬੋਝ ਪੈ ਜਾਏਗਾ, ਛਾਤੀ ਜਾਮ ਹੋ ਜਾਏਗੀ ਜੀ, ਛਾਤੀ ਰੁਕ ਜਾਂਦੀ ਨਾ ਕਈ ਬੰਦਿਆਂ ਦੀ ਜੀ। ਕਫੀ ਹੰਕਾਰੀ ਖਾਏ ਗ੍ਰਹਿਣ ਕਰ, ਛਾਤੀ ਬੋਝ ਵਧੇ ਵੱਡ ਮਾਨ। ਜਿਵੇਂ ਘਿਓ ਬਲਗਮ ਵਾਲਾ ਬੰਦਾ ਖਾਲੇ ਤੇ ਬੋਝ ਬਣ ਜਾਏਗਾ, ਬ੍ਰਹਮ ਗਿਆਨ ਦੀਆਂ ਗੱਲਾਂ ਹੰਕਾਰੀ ਬੰਦਾ ਸਿੱਖ ਲਵੇ, ਉਹ ਵੱਡਾ ਅਭਿਮਾਨੀ ਹੋ ਜਾਏਗਾ। ਹੈ ਤੇ ਗੱਲ 'ਚ ਗਿਆਨ ਹੈ ਵੀ ਬੰਦਾ ਰੱਬ ਬਣ ਜਾਂਦਾ, ਪਰ ਆਮ ਬੰਦਾ ਹੰਕਾਰੀ ਵੀ ਕਹੀ ਜਾਵੇ ਮੈਂ ਉਹੋ ਹੀ ਹਾਂ, ਮੈਂ ਉਹੋ ਹੀ ਹਾਂ, ਵੱਡਾ ਰੋਗ ਲੱਗੇਗਾ, ਹਉਮੈ ਹੋਰ ਵਧੇਗੀ ਕਹਿਣ ਲੱਗੇ। ਹਾਂਜੀ ਪੀਤੀ ਸਹਿਤ ਬਿਕਾਰੀ, ਜੇ ਨਰ ਵਿਖੇ ਲਗੇ ਅਤਿਸਾਰ ਮਹਾਨ। ਹੁਣ ਜਿਹਦਾ ਗਰਮੀ ਖੋਰਾ ਸਰੀਰ ਹੈ, ਉਹ ਦੇਸੀ ਘਿਓ ਖਾਵੇ, ਉਹਨੂੰ ਦਸਤ ਲੱਗ ਜਾਏਗੀ ਜੀ। ਹਾਂਜੀ ਉਹਦੇ ਅੰਦਰ ਕੁਛ ਪਚਣਾ ਨਹੀਂ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਿਤੀ ਸਹਿਤ ਬਿਕਾਰੀ, ਜੇ ਨਰ ਪਿਖੈ ਲਗੈ ਮਤਸਰ ਅਤਿਸਾਰ ਮਹਾਨ। ਮਹਾਰਾਜ ਕਹਿਣ ਲੱਗੇ ਗਰਮੀ ਵਾਲਾ ਬੰਦਾ ਘਿਓ ਖਾ ਲੇ ਨਾ ਸਿੱਧਾ, ਉਹਨੂੰ ਦਸਤ ਲੱਗ ਜਾਂਦੇ ਹੈ। ਹਾਂਜੀ ਪੁਸ਼ਟ ਹੋਨ ਗਤ ਪ੍ਰਾਪਤ ਹੋਏ ਨਾ, ਰੋਗੀ ਕਸ਼ਟ ਨਰਕ ਪਹਿਚਾਨ। ਮਹਾਰਾਜ ਕਹਿਣ ਲੱਗੇ ਘਿਓ ਖਾਵੇ ਬੰਦਾ, ਪੁਸ਼ਟ ਬੰਦਾ ਖਾਵੇ, ਉਹਦੇ ਸਰੀਰ ਨੂੰ ਲੱਗਦਾ ਹੈ ਜੀ। ਤੰਦਰੁਸਤ ਬੰਦਾ ਖਾਵੇ, ਖਾ ਕੇ ਮਿਹਨਤ ਕਰੇ, ਉਹਦੇ ਸਰੀਰ ਨੂੰ ਘਿਓ ਲੱਗਦਾ ਹੈ। ਤੇ ਵਕਾਰੀ ਇਸੇ ਤਰ੍ਹਾਂ ਹੀ, ਵਕਾਰੀ ਬੰਦਾ ਜਿਹੜਾ ਨਾਮ ਜਪੇ ਉਹਦਾ ਭਲਾ ਹੋਏਗਾ, ਪਰ ਜਦੋਂ ਬ੍ਰਹਮ ਗਿਆਨ ਦੀਆਂ ਗੱਲਾਂ ਕਰੇਗਾ ਤੇ ਹੰਕਾਰ ਹੋਏਗਾ ਕਹਿਣ ਲੱਗੇ। ਤੇ ਮਹਾਰਾਜ ਕਹਿਣ ਲੱਗੇ ਉਹ ਫਿਰ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ, ਕਿਉਂ? ਇੱਕ ਧੱਗੇ ਵਕਾਰ ਹੈ, ਉਤੋਂ ਰੱਬ ਆਪਣੇ ਆਪ ਨੂੰ ਰੱਬ ਸਮਝ ਲਏਗਾ। ਹਾਂਜੀ ਸੁਖ ਸੋ ਰਹਿਓ ਮਹਾ ਦੁਖ ਪਾਵਹਿ, ਜਾਂ ਤੇ ਹਮਰੇ ਨਹੀਂ ਪਰਮਾਨ। ਸੁੱਖ ਤੇ ਇੱਕ ਪਾਸੇ ਰਹਿ ਗਿਆ, ਦੁੱਖ ਪਾਏਗਾ ਉਹ ਬੰਦਾ ਜੀ। ਹੁਣ ਦੇਸੀ ਘਿਓ ਹੈ ਤੇ ਸੁੱਖ ਦਾ ਹੀ ਹੈ, ਗਰਮੀ ਵਾਲਾ ਬੰਦਾ ਖਾ ਲੇ ਬਾਰ-ਬਾਰ ਬਾਥਰੂਮ ਜਾਏਗਾ ਜੀ। ਉਹ ਕੱਢ ਕੇ ਆਖੋ, ਉਹ ਸੁੱਖ ਜਿਹੜਾ ਮਿਲਣਾ, ਸੁੱਖ ਤੇ ਇੱਕ ਪਾਸੇ, ਦੁੱਖ ਲੱਗ ਜਾਏਗਾ ਜੀ ਉਹਨੂੰ। ਹਾਂਜੀ ਸੋ ਬ੍ਰਹਮ ਗਿਆਨ ਘ੍ਰਿਤ ਕੋ ਲੇਕਰ, ਮਿਸ਼ਰੀ ਭਗਤ ਮਿਲਾਵਨ ਠਾਨ। ਸੱਚੇ ਪਾਤਸ਼ਾਹ ਕਹਿੰਦੇ ਫਿਰ ਸੁਣ, ਸਿਆਣੇ ਬੰਦੇ ਦੇਸੀ ਘਿਓ ਨੂੰ ਕਿਵੇਂ ਖਾਂਦੇ ਆ, ਕੱਢ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਦੇਸੀ ਘਿਓ ਵਿੱਚ ਮਿਸ਼ਰੀ ਮਿਲਾ ਲੈਂਦੇ। ਜਦੋਂ ਮਿਸ਼ਰੀ ਮਿਲਾਉਂਦੇ ਆ ਨਾ, ਸੱਚੇ ਪਾਤਸ਼ਾਹ ਕਹਿੰਦੇ ਉਹਦੇ ਨਾਲ ਦੇਸੀ ਘਿਓ ਛੇਤੀ ਪਚਦਾ ਹੈ। ਤੇ ਹੁਣ ਸੁਣੋ, ਮਹਾਰਾਜ ਕਹਿੰਦੇ ਦੇਸੀ ਘਿਓ ਹੈ ਬ੍ਰਹਮ ਗਿਆਨ, ਤੱਤ ਹੈ ਨਾ ਦੇਸੀ ਘਿਓ, ਬ੍ਰਹਮ ਗਿਆਨ ਹੈ ਦੇਸੀ ਘਿਓ, ਤੇ ਸੱਚੇ ਪਾਤਸ਼ਾਹ ਕਹਿੰਦੇ ਭਗਤੀ ਹੈ ਮਿਸ਼ਰੀ ਕਹਿਣ ਲੱਗੇ। ਅਸੀਂ ਦੇਸੀ ਘਿਓ ਤੇ ਮਿਸ਼ਰੀ ਇਕੱਠੇ ਕਰਕੇ ਜਦੋਂ ਛਕਦੇ ਹਾਂ ਭਲਾ ਹੁੰਦਾ ਹੈ। ਬ੍ਰਹਮ ਗਿਆਨ ਦੀ ਅਵਸਥਾ ਵਿੱਚ ਵੀ ਹੋਵੇ ਸਿੱਖ, ਨਾਲ ਨਾਲ ਉਹ ਭਗਤੀ ਕਰੀ ਜਾਵੇ, ਕੋਈ ਰੋਗ ਨਹੀਂ ਲੱਗੇਗਾ, ਭਲਾ ਹੋਏਗਾ ਜੀ। ਇੱਕ ਮੈਂ ਉਦਾਹਰਣ ਦੇ ਦਿਆਂ, ਗੱਲ ਸੌਖੀ ਤੁਹਾਨੂੰ ਸਮਝ ਆ ਜੇ, ਗੱਜ ਕੇ ਆਖੋ ਵਾਹਿਗੁਰੂ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਨੇ, ਪਰ ਨਾਲ ਭਗਤੀ ਰਲਾਈ ਹੋਈ ਦੀ ਉਹਨਾਂ ਨੇ ਜੀ, ਨਿਰਾ ਗਿਆਨ ਨਹੀਂ ਰੱਖਿਆ ਜੀ, ਨਾਲ ਭਗਤੀ ਹੈ ਬਾਬਾ ਜੀ ਦੇ। ਕੋਈ ਰੋਗ ਨਹੀਂ ਲੱਗਾ, ਜਿਹੜਾ ਬਾਬਾ ਜੀ ਦੇ ਦਰਸ਼ਨ ਕਰਦਾ ਸੀ ਉਹਦੇ ਅੰਦਰੋਂ ਵੀ ਹਉਮੈ ਦਾ ਰੋਗ ਦੂਰ ਹੁੰਦਾ ਸੀਗਾ ਜੀ। ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਪੁਰਾਣੇ ਜਿੰਨੇ ਸਿੱਖ ਨੇ ਇਹਨਾਂ ਗੱਲਾਂ ਦੀਆਂ ਉਦਾਹਰਣਾਂ ਨੇ ਜੀ। ਉਹ ਮਹਾਰਾਜ ਕਹਿਣ ਲੱਗੇ ਅਸੀਂ ਇਹ ਰਲਾ ਦਿੱਤਾ ਕੰਮ, ਬ੍ਰਹਮ ਗਿਆਨ ਤੇ ਭਗਤੀ। ਨਿਰਾ ਗਿਆਨ ਖੁਸ਼ਕ ਗਿਆਨ ਹੁੰਦਾ ਸੰਗਤ ਦੀ, ਖੁਸ਼ਕ ਗਿਆਨ ਬੰਦੇ ਨੂੰ ਤੰਗ ਕਰ ਦਿੰਦਾ, ਤੇ ਭਗਤੀ ਵਾਲਾ ਗਿਆਨੀ ਕਿਸੇ ਨੂੰ ਤੰਗ ਨਹੀਂ ਕਰੇਗਾ ਜੀ। ਸੁਖਦਾਇਕ ਸਭ ਨਰ ਕੋ ਜਨ ਹੋ, ਇਸ ਪ੍ਰਕਾਰ ਕਰ ਲੈ ਕਲਿਆਣ। ਤੁਹਾਡੀ ਗੱਲ 'ਚ ਨਿਰਾ ਹੀ ਬ੍ਰਹਮ ਗਿਆਨ ਹੈ ਵੀ ਆਤਮਾ ਅੰਦਰ ਜਿਹੜਾ ਬੈਠਾ ਹੈ ਤੇ ਰੱਬ ਹੀ ਬੈਠਾ ਹੈ, ਅੰਦਰ ਹੈ ਤੇ ਪਰਮੇਸ਼ਰ ਹੀ ਹੈ, ਸ਼ੱਕ ਕੋਈ ਨਹੀਂ ਹੈ। ਇਸੇ ਪਰਮੇਸ਼ਰ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਸਿੱਧ ਸਾਧਕ ਦੇਵੀ ਦੇਵਤੇ ਇਸੇ ਪਰਮੇਸ਼ਰ ਨੂੰ ਮੰਨਦੇ ਆ, ਪਰ ਪਰਮੇਸ਼ਰ ਦਾ ਰੂਪ ਵੀ ਬੰਦਾ ਹੋ ਜਾਵੇ, ਭਗਤੀ ਕਰਨੀ ਨਹੀਂ ਛੱਡਣੀ। ਤੁਹਾਡੀ ਬਾਣੀ ਖੁਸ਼ਕ ਹੈਗੀ ਕਹਿਣ ਲੱਗੇ।
ਹਾਂਜੀ। ਅਹੰ ਬ੍ਰਹਮ ਤਉ ਉਰ ਮੈਂ ਬਾਸੀ, ਮੁਖ ਤੇ ਕਹੇ ਦਾਸ ਦਾਸਾਨ। ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਬ੍ਰਹਮ ਹਾਂ, ਹਿਰਦੇ ਵਿੱਚ ਇਹ ਵਸੇ, ਪਰ ਮੁਖੋਂ ਨੀਵਾਂ ਰਵੇ। ਕਹਿਣ ਲੱਗੇ ਮੂੰਹੋਂ ਨਾ ਕਹੇ ਮੈਂ ਬ੍ਰਹਮ ਗਿਆਨ ਹਾਂ, ਗੱਜ ਕੇ ਆਖੋ ਵਾਹਿਗੁਰੂ। ਕਾਨਾ ਜੀ ਜਿਹੜੀ ਗੱਲ ਤੁਸੀਂ ਬੋਲ ਕੇ ਦੱਸ ਰਹੇ ਹੋ ਇਹ ਹਿਰਦੇ 'ਚ ਰੱਖਣ ਵਾਲੀ ਹੈ, ਇਹ ਬੋਲ ਕੇ ਦੱਸਣ ਵਾਲੀ ਨਹੀਂ ਹੈ। ਕਿਉਂ? ਬੋਲਣੀ ਤੁਹਾਡੇ ਕੋਲੋਂ ਸੁਣ ਕੇ ਬੜੇ ਬੋਲਣਗੇ। ਹੁਣ ਸੁਣੋ ਧਿਆਨ ਨਾਲ। ਸੱਚੇ ਪਾਤਸ਼ਾਹ ਨੇ ਬਾਣੀ ਜਿਹੜੀ ਉਚਾਰੀ ਹੈ, ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਨਾਲ ਨਾਲ ਅਸੀਂ ਆਪਣੀ ਵੀ ਗੱਲ ਕਰੀ ਜਾਂਦੇ, ਸਾਡਾ ਭਲਾ ਹੋਈ ਜਾਂਦਾ ਜੀ। ਹਾਂਜੀ, ਗੁਰੂ ਅਰਜਨ ਦੇਵ ਜੀ ਦੇ ਬੜੇ ਨਿਮਰਤਾ ਵਾਲੇ ਸ਼ਬਦ ਨੇ ਜੀ। ਕਈ ਸ਼ਬਦ ਇੰਨੀ ਨਿਮਰਤਾ ਵਾਲੇ ਨੇ, ਸਾਧ ਸੰਗਤ ਜੀ ਹੈਰਾਨ ਹੋ ਜਾਈਦਾ ਪੜ੍ਹ ਕੇ ਜੀ। ਚਲੋ ਆਪਾਂ ਇੱਕ ਸਵਈਆ ਲੈ ਲਈਏ ਜੀ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਇੱਥੇ ਤੇ ਇਹ ਗੱਲ ਹੈਗੀ ਹੈ ਜੀ, ਇੱਥੇ ਇਹ ਗੱਲ ਹੈਗੀ ਜੀ। ਅੰਮ੍ਰਿਤ ਛਾੜ ਬਿਖੈ ਬਿਖ ਗਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਇੱਕ ਉਤਮ ਪੰਥ ਸੁਣਿਓ, ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾਈ। ਹੁਣ ਇਹ ਬੰਦਾ ਇੱਕ ਬੋਲਦਾ, ਉਹਦੇ ਮਗਰ ਸਾਰੇ ਬੋਲਦੇ, ਸਾਰਿਆਂ ਦਾ ਭਲਾ ਹੋ ਜਾਂਦਾ ਜੀ। ਹੁਣ ਗੁਰੂ ਸਾਹਿਬ ਨੇ ਗੱਲ ਕੀਤੀ ਜੀ, ਢੁਕਾਈ ਆਪਣੇ ਤੇ। ਮਹਾਰਾਜ ਨੂੰ ਪਤਾ ਹੈ ਬੰਦੇ ਨੇ ਨਹੀਂ ਬੋਲਣਾ, ਬੰਦਾ ਸਾਡੇ ਮਗਰ ਲੱਗ ਕੇ ਬੋਲੇਗਾ ਜੀ। ਕੀ? ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰਿਆ, ਦੁੱਖ ਸਭ ਵਿਸਾਰਣਾ। ਮਹਾਰਾਜ ਨੇ ਆਪਣੇ ਆਪ ਨੂੰ ਕਿਹਾ, ਪਰ ਜਦੋਂ ਇਹ ਪੰਕਤੀ ਪੜ੍ਹਦੇ ਆਪਣੇ ਮਨ ਵੱਲ ਧਿਆਨ ਜਾਂਦਾ ਕਿ ਨਹੀਂ ਜਾਂਦਾ ਜੀ। ਉਤੋਂ ਨਿਮਰਤਾ ਰੱਖਣੀ ਹੈ, ਅੰਦਰੋਂ ਵਿਚਾਰ ਰੱਖਣੀ, ਮੈਂ ਬ੍ਰਹਮ ਹਾਂ, ਮੈਂ ਰੱਬ ਦਾ ਰੂਪ ਹਾਂ, ਇਹ ਰਾਮ ਦੀ ਅੰਸ਼ ਅੰਦਰ ਬੈਠੀ ਹੈ, ਪਰ ਬਾਹਰੋਂ ਨਿਮਰਤਾ ਹੀ ਰੱਖਣੀ। ਮਹਾਰਾਜ ਕਹਿਣ ਲੱਗੇ ਇਹ ਮਤ ਹਮਰੋ ਮਿਲੇ ਨਾ ਤੁਮ ਸੋ, ਇਹ ਸਾਡੀ ਮਤ ਹੈ, ਤੁਹਾਡੀ ਬਾਣੀ ਨਾਲ ਸਾਡੀ ਮਤ ਮੇਲ ਨਹੀਂ ਖਾ ਰਹੀ। ਕਹਿਣ ਲੱਗੇ ਗ੍ਰੰਥ ਵਿਖੇ ਕਿਮ ਦੇਹ ਲਿਖਾਏ, ਦੱਸੋ ਅਸੀਂ ਕਿਵੇਂ ਲਿਖਾ ਦਈਏ ਗ੍ਰੰਥ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਅਧੂਰਿਆਂ ਦੀਆਂ ਗੱਲਾਂ ਨਹੀਂ ਹੈਗੀਆਂ, ਪੂਰਿਆਂ ਦੀਆਂ ਨੇ। ਹਾਂਜੀ, ਸ਼ਬਦ ਵਿਰੋਧੀ ਮਿਲਹਿ ਨਾ ਇੱਕ ਥਲ। ਮਹਾਰਾਜ ਕਹਿੰਦੇ ਵਿਰੋਧੀ ਸ਼ਬਦ ਨੇ, ਬਾਣੀ ਦੇ ਅਨੁਸਾਰ ਗੱਲ ਨਹੀਂ ਹੈਗੀ। ਇੱਥੇ ਤੇ ਜਿਹੜੇ ਰੱਬ ਬਣੇ ਉਹ ਕਹਿੰਦੇ ਆ ਮੋਕੋ ਦਾਸ ਦਾਸ ਦਾਸਨ ਕੋ, ਕਹਿੰਦੇ ਮੈਨੂੰ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦਿਓ। ਇੱਥੇ ਕਿਤੇ ਨਹੀਂ ਕਿਹਾ ਮੈਂ ਰੱਬ ਬਣ ਗਿਆ। ਹਾਂ, ਇਹ ਜ਼ਰੂਰ ਕਿਹਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਉਥੇ ਤੂੰ ਦੀ ਗੱਲ ਕੀਤੀ, ਮੈਂ ਦੀ ਗੱਲ ਨਹੀਂ ਸ਼ੁਰੂ ਕੀਤੀ। ਹਾਂਜੀ, ਰੱਖੋ ਆਪ ਲਿਖੋ ਕਿਤ ਥਾਏ। ਮਹਾਰਾਜ ਕਹਿੰਦੇ ਤੁਸੀਂ ਆਪਣੀ ਬਾਣੀ ਸਾਂਭ ਕੇ ਰੱਖੋ, ਕਿਤੇ ਹੋਰ ਲਿਖ ਲਿਓ। ਕਹਿਣ ਲੱਗੇ ਇੱਥੇ ਨਹੀਂ ਥਾਂ ਮਿਲਣੀ। ਗੁਰ ਘਰ ਨਮਰ ਥਾਨ ਮਹਿ ਜਾਨੋ। ਕਿਉਂ? ਇੱਥੇ ਤੇ ਨੀਵਿਆਂ ਨੂੰ ਥਾਂ ਹੈਗੀ ਹੈ। ਸੰਗਤ ਜੀ ਇੱਥੇ ਜਿੰਨੀ ਕੋਈ ਨਿਮਰਤਾ ਰੱਖੇਗਾ ਓਨਾ ਹੀ ਮਹਾਨ ਬਣੇਗਾ ਜੀ। ਨਮਰ ਹੋਏ ਸੋ ਮਿਲ ਕਰ ਜਾਏ। ਮਹਾਰਾਜ ਕਹਿਣ ਲੱਗੇ ਇੱਥੇ ਤੇ ਜਿਹੜਾ ਨਮਰ ਹੋਏਗਾ ਉਹੋ ਹੀ ਸਾਡੇ ਨਾਲ ਮੇਲ ਰੱਖੇਗਾ। ਹਾਂਜੀ, ਉੱਚੋ ਸਦਾ ਤਰਾਸ ਕੋ ਪਾਵੈ ਹੈ। ਜਿਹੜਾ ਉੱਚਾ ਹੋਵੇ ਮਹਾਰਾਜ ਕਹਿੰਦੇ ਉਹ ਸਗੋਂ ਸਦਾ ਡਰਦਾ ਰਹਿੰਦਾ ਹੈ। ਹਾਂਜੀ, ਵਾਯੂ ਆਦ ਤੇ ਸੰਕਟ ਪਾਏ। ਤੇ ਕੋਈ ਪਤ ਵੇਖੋ ਜਿਹੜਾ ਉੱਤੇ ਬੈਠਾ ਡਿੱਗਣ ਦਾ ਵੀ ਤੁਹਾਨੂੰ ਡਰ ਹੈ ਨਾ, ਜਿਹੜਾ ਪਹਿਲਾਂ ਹੀ ਥੱਲੇ ਬੈਠਾ ਉਹਨੂੰ ਡਿੱਗਣ ਦਾ ਡਰ ਨਹੀਂ ਹੈਗਾ। ਹਾਂਜੀ, ਬਚਨ ਬਿਲਾਸ ਸੁਨੇ ਜਬ ਗੁਰ ਕੇ, ਉੱਤਰ ਫੁਰਿਓ ਨਾ ਰਹਿਓ ਵਿਚਾਰ। ਤੁਹਾਡੀ ਬਾਣੀ ਮੈਂ ਤੋਂ ਸ਼ੁਰੂ ਹੁੰਦੀ ਹੈ, ਇੱਥੇ ਤੂੰ ਦੀ ਗੱਲ ਹੈਗੀ ਹੈ। ਜਦੋਂ ਇਹ ਗੱਲ ਸੁਣੀ ਕਾਨੇ ਨੇ, ਉਹਨੂੰ ਕੋਈ ਜਵਾਬ ਨਹੀਂ ਆਇਆ ਜੀ। ਹਾਂਜੀ, ਸਭਾ ਵਿਖੈ ਖਿਜ ਕਰ ਰਿਸ ਧਾਰੀ। ਤੇ ਜਦੋਂ ਬੰਦੇ ਨੂੰ ਜਵਾਬ ਨਾ ਆਵੇ ਉਹ ਖਿੱਚਦਾ ਹੈ, ਗੁੱਸਾ ਕਰਦਾ ਹੈ, ਖਿੱਚ ਕੇ ਗੁੱਸੇ ਵਿੱਚ ਆ ਕੇ ਲਾਲ ਬਿਲੋਚਨ ਕਰ ਤਿਸ ਬਾਰ। ਅੱਖਾਂ ਲਾਲ ਕਰਕੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਸਭ ਮੈਂ ਕਹਿਓ ਨਿਰਾਦਰ ਮੇਰੋ, ਆਇਓ ਲਖਨਾ ਕਰਿਓ ਸਤਕਾਰ। ਕਹਿਣ ਲੱਗਾ ਤੁਸੀਂ ਸਾਰਿਆਂ ਵਿੱਚ ਮੇਰੀ ਬੇਇੱਜ਼ਤੀ ਕੀਤੀ ਹੈ। ਮਹਾਰਾਜ ਨੇ ਤੇ ਸਮਝਾਇਆ
ਘਿਓ ਦੀ ਉਦਾਹਰਣ ਦੇ ਕੇ ਸਮਝਾਇਆ, ਪਰ ਉਹ ਉਹਨੂੰ ਪੁਲਠਾ ਲੈ ਰਿਹਾ ਜੀ। ਹਾਂਜੀ, ਜੁਗਤ ਉਕਤ ਕਰ ਸ਼ਬਦ ਹਟਾਇਓ। ਕਹਿਣ ਲੱਗਾ ਵੇਖੋ ਉਗਤੀਆਂ ਜੁਗਤੀਆਂ ਲਾ ਕੇ ਗੱਲਾਂ ਕਰਕੇ ਮੇਰੀ ਬਾਣੀ ਰੱਦ ਕਰ ਦਿੱਤੀ ਤੁਸਾਂ। ਸਭ ਬੇਦਨ ਕੋ ਜਸ ਮੈਂ ਸਾਰ। ਸਭ ਬੇਦਨ ਕੋ ਜਿਸ ਮੈਂ ਹੈ ਸਾਰ, ਜਿਹਦੇ ਵਿੱਚ ਵੇਦਾਂ ਦਾ ਸਾਰ ਹੈਗਾ। ਕਹਿਣ ਲੱਗਾ ਤੇ ਫਿਰ ਨਾ ਇਹ ਗੁੱਸੇ ਵਿੱਚ ਆ ਕੇ ਤੇ ਮਹਾਰਾਜ ਨੂੰ ਸਰਾਪ ਦੇਣ ਲੱਗਾ ਜੀ। ਗੱਜ ਕੇ ਆਖੋ ਇਹ ਬੜਾ ਕੰਮ ਚੱਲਦਾ। ਅਧੂਰੇ ਬੰਦੇ ਸਰਾਪ ਬੜਾ ਦੇਣਗੇ ਜੀ। ਹੈਂ, ਤਬਾਹ ਕਰ ਦਿਆਂਗੇ, ਜੇ ਕਰ ਦਿਆਂਗੇ, ਉਹ ਕਰ ਦਿਆਂਗੇ। ਹਾਂਜੀ, ਵੀ ਸਾਡੇ ਤੋਂ ਲੋਕ ਡਰਦੇ ਰਹਿਣ ਜੀ। ਭਗਤੀ ਕਰਕੇ ਜਿਹੜਾ ਡਰਾਉਣਾ ਚਾਹੁੰਦੇ ਆ ਨਾ ਲੋਕਾਂ ਨੂੰ, ਉਹ ਸਰਾਪ ਦਿੰਦੇ ਆ ਜੀ। ਇਹ ਸਰਾਪ ਜਿਹਾ ਦੇਣ ਲੱਗਾ ਜੀ। ਬੜਾ ਸਰਾਪ ਦਿੱਤਾ ਜੀ ਇਹਨੇ, ਭੈੜਾ ਜਿਹਾ। ਗੁਰੂ ਸਾਹਿਬ ਤੇ ਕਿਹਦੇ ਸਰਾਪ ਦਾ ਸਾਧ ਸੰਗਤ ਅਸਰ ਹੋਣਾ? ਉਹ ਤੇ ਆਪ ਪਰਮੇਸ਼ਰ ਨੇ ਜੀ। ਸਤਿਗੁਰ ਦੇਹੋ ਪ੍ਰਤੱਖ ਹਰ ਮੂਰਤ, ਮੇਰੇ ਮਾਲਕ ਤਾਂ ਆਪ ਪਰਮੇਸ਼ਰ ਨੇ, ਉਹਨਾਂ ਤੇ ਕੀ ਕਿਸੇ ਦੇ ਸਰਾਪ ਨੇ ਅਸਰ ਕਰਨਾ ਹੈ ਜੀ। ਪਰ ਤੁਹਾਨੂੰ ਪਤਾ ਬੰਦਾ ਬੜਾ ਕੁਝ ਕਰਦਾ ਹੈ ਜੀ। ਇੱਕ ਬੰਦੇ ਨੂੰ ਕਿਸੇ ਨੇ ਕੁੱਟਿਆ ਜੀ। ਹਾਂਜੀ, ਜਦੋਂ ਕਿਸੇ ਨੇ ਕੁੱਟਿਆ ਨਾ, ਕੁੱਟ ਖਾ ਕੇ ਕਹਿੰਦਾ ਹੁਣ ਹੱਥ ਲਾ ਕੇ ਵਿਖਾ। ਕਰਦੇ ਨਾ ਇੰਜ ਦੇ ਬੰਦੇ। ਉਹ ਫੇਰ ਦੋ ਮਾਰਦਾ ਜੀ ਉਹਦੇ। ਉਹ ਕਹਿੰਦਾ ਹੁਣ ਹੱਥ ਲਾ। ਹਾਂਜੀ, ਉਹ ਫੇਰ ਦੋ ਮਾਰਦਾ ਉਹਦੇ। ਉਹ ਕਹਿੰਦਾ ਹੁਣ ਲਾ ਹੱਥ। ਉਹ ਇਸ ਤਰ੍ਹਾਂ ਹੀ ਕਰਦਾ ਰਹਿੰਦਾ ਤੇ ਮਾਰ ਖਾਈ ਜਾਂਦਾ ਜੀ। ਕਈ ਬੰਦਿਆਂ ਦਾ ਸੁਭਾਅ ਹੁੰਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਮਤਲਬ ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਜੀ। ਇਹਨੇ ਸ਼ਰਾਪ ਦਿੱਤਾ ਜੀ ਸਾਰੀ ਸੰਗਤ ਵਿੱਚ। ਇਹੋ ਜਿਹੇ ਬੁਰੇ ਬੋਲ ਬੋਲੇ ਜੀ। ਕਹਿਣ ਲੱਗਾ ਤੁਸੀਂ ਕਬੀਰ ਆਦਿਕ ਭਗਤਾਂ ਨੂੰ ਵੱਡਾ ਸਮਝਿਆ, ਮੈਨੂੰ ਛੋਟਾ ਸਮਝਿਆ। ਤੇ ਹੋਰ ਵੀ ਬੜਾ ਕੁਝ ਬੋਲਿਆ ਜੀ। ਬੜਾ ਕ੍ਰੋਧ ਧਾਰ ਕੇ ਸ਼ਰਾਪ ਦਿੱਤਾ ਜੀ ਇਹਨੇ। ਗੁਰੂ ਸਾਹਿਬ ਤੇ ਕਾਹਦਾ ਅਸਰ ਹੈਗਾ ਜੀ। ਹਾਂਜੀ, ਹਮ ਜੇ ਸ਼ਰਾਪ ਦੇਹ ਨਹਿ ਇਸ ਕੋ ਅਫਰ ਜਾਏਗੋ ਦੀਰਗਮਾਨ। ਮਹਾਰਾਜ ਕਹਿਣ ਲੱਗੇ ਹੁਣ ਗੱਲ ਸੰਗਤ ਵਿੱਚ ਹੋ ਗਈ ਹੈ ਸਾਰੀ। ਇਹਨੇ ਆਪਣੇ ਵੱਲੋਂ ਸ਼ਰਾਪ ਦਿੱਤਾ, ਹੁਣ ਅਸੀਂ ਇਹਨੂੰ ਬਚਨ ਕਰਾਂਗੇ ਤਾਈਓ ਗੱਲ ਬਣੇਗੀ, ਨਹੀਂ ਤੇ ਆਫਰ ਜਾਏਗਾ। ਕਹਿਣ ਲੱਗੇ ਸਾਨੂੰ ਵੀ ਹੁਣ ਕੁਝ ਕਹਿਣਾ ਪੈਣਾ ਹੈ। ਹਾਂਜੀ, ਗਨ ਭਗਤਨ ਕੋ ਅਲਪ ਜਾਨਬੇ, ਜੇ ਨਾ ਮਿਲੈ ਫਲ ਇਸੇ ਮਹਾਨ। ਏਡੇ ਵੱਡੇ ਕਬੀਰ, ਫਰੀਦ, ਨਾਮਦੇਵ ਜੀ, ਤਰਲੋਚਨ ਜੀ ਵਰਗਿਆਂ ਨੂੰ ਛੋਟਾ ਸਮਝ ਕੇ ਆਪਣੇ ਆਪ ਨੂੰ ਵੱਡਾ ਸਮਝ ਰਿਹਾ। ਇਹ ਕਹਿਣ ਲੱਗੇ ਹੁਣ ਫਿਰ ਇਹਨੂੰ ਦੱਸਣਾ ਪੈਣਾ, ਫਲ ਦੇਣਾ ਪੈਣਾ। ਮਹਾਰਾਜ ਕਹਿੰਦੇ ਹਾਂਜੀ, ਇਮ ਵਿਚਾਰ ਔਰ ਬੋਲੇ ਸ੍ਰੀ ਗੁਰ। ਇਹ ਵਿਚਾਰ ਹਿਰਦੇ 'ਚ ਕੀਤੀ ਵੀ ਹੁਣ ਇਹਨੂੰ ਕੁਝ ਕਹਿਣਾ ਪੈਣਾ, ਸਾਨੂੰ ਬਚਨ ਕਰਨਾ ਪੈਣਾ। ਹਾਂਜੀ, ਹਮ ਲਾਹੌਰ ਤੁਝ ਦੇਹ ਨਾ ਜਾਨ। ਮਹਾਰਾਜ ਕਹਿਣ ਲੱਗੇ ਤੂੰ ਸਾਡੀ ਮੌਤ ਦੀਆਂ ਗੱਲਾਂ ਕਰਦਾ ਹੈ, ਚੇਤਾ ਰੱਖ ਆਪ ਤੇ ਤੂੰ ਲਾਹੌਰ ਵੀ ਨਹੀਂ ਪਹੁੰਚਣਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਅਸੀਂ ਤਾਂ ਤੈਨੂੰ ਲਾਹੌਰ ਵੀ ਨਹੀਂ ਪਹੁੰਚਣ ਦੇਣਾ। ਹਾਂਜੀ, ਰਾਖੈ ਵਹਿਰ ਮ੍ਰਿਤ ਕੋ ਪਾਵਹਿ। ਲਾਹੌਰ ਤੋਂ ਬਾਹਰ ਹੀ ਅਜੇ ਹੋਏਗਾ ਤੇ ਮਰ ਜਾਏਗਾ। ਕਹਿਣ ਲੱਗੇ ਹਾਂਜੀ, ਅਵਗਤ ਮਰੈ ਹੋਏ ਹੈਰਾਨ। ਅਵਗਤ ਰਹੇਗਾ, ਮਰਨ ਤੋਂ ਬਾਅਦ ਭਟਕਦਾ ਰਹੇਗਾ। ਕਹਿਣ ਲੱਗੇ ਤੇ ਅਵਗਤ ਮਰਹਿ ਹੋਏ ਹੈਰਾਨ, ਹੈਰਾਨ ਹੋਏਗਾ ਵੀ ਇਹ ਮੇਰੇ ਨਾਲ ਕੀ ਬਣ ਗਿਆ। ਹਾਂਜੀ, ਸੁਨ ਕੈ ਪੁਨ ਕਾਨਾ ਭਨ ਬੈਨਨ, ਬਰਖ ਪੰਚ ਸੈ ਉਮਰ ਵਿਸਾਲ। ਕਹਿਣ ਲੱਗਾ ਇਹ ਨਹੀਂ ਹੋ ਸਕਦਾ, 500 ਸਾਲ ਉਮਰ ਲਿਖਾ ਕੇ ਆਇਆ। ਗੱਜ ਕੇ ਆਖੋ ਹਾਂਜੀ, ਬਿਗਨ ਅਨੇਕ ਸਮੀਪ ਨਾ ਆਵੈ। ਮੇਰੇ ਨੇੜੇ ਬਿਗਨ ਨਹੀਂ ਕੋਈ ਆ ਸਕਦਾ, ਰੁਕਾਵਟ ਨਹੀਂ ਕੋਈ ਆ ਸਕਦੀ। ਜੋਗ ਅਭਿਆਸ ਕਰੋ ਸਭ ਕਾਲ। ਮੈਂ ਜੋਗ ਅਭਿਆਸ ਕਰਦਾ, ਸੁਰਤ ਤਾਂ ਚੜਾ ਲੈਣਾ, ਪ੍ਰਾਣ ਹੀ ਤਾਂ ਚੜਾ ਲੈਣਾ। ਹਾਂਜੀ, ਕਾਲ ਜਾਲ ਜਹ ਪੋਹੇ ਨਾ ਸਾਕੈ। ਜਿੱਥੇ ਕਾਲ ਜਾਲ ਦਾ ਚੱਕਰ ਹੀ ਨਹੀਂ ਹੈਗਾ। ਕਹਿਣ ਲੱਗਾ ਹਾਂਜੀ, ਅਸ ਮਠ ਮੈਂ ਬਾਸੋ ਨਿਸਚਾਲ। ਮੈਂ ਤਾਂ ਐਸੇ ਮੱਠ ਵਿੱਚ ਅਚਲ ਬੈਠਾਂਗਾ, ਮੈਨੂੰ ਮਾਰ ਹੀ ਨਹੀਂ ਕੋਈ ਸਕਦਾ। ਹਾਂਜੀ, ਮੈਂ ਨਾ ਮਰੋ ਤੁਮ ਸਰਾਪ ਨਿਫਲ ਹੈ। ਆ ਜਿਹੜੀ ਤੁਹਾਡੀ ਗੱਲ ਹੈ ਵਿਅਰਥ ਜਾਣੀ, ਮੈਂ ਨਹੀਂ ਮਰਨਾ। ਦਸਮ ਦਵਾਰ ਕੀ ਕਰੋ ਸੰਭਾਲ। ਦਸਮ ਦਵਾਰ ਤੇ ਸੁਰਤ ਟਿਕਾ ਲੈਣੀ ਹੈ, ਮਰਨਾ ਹੀ ਨਹੀਂ ਮੈਂ। ਤੇ ਮੁੜ ਬੜੇ ਲੰਮੇ ਸਮੇਂ ਬਾਅਦ ਸੁਰਤ ਫਿਰ ਹੇਠਾਂ ਲੈ ਕੇ ਆਵਾਂਗਾ ਸਰੀਰ 'ਚ। ਹਾਂਜੀ, ਸ਼੍ਰੀ ਅਰਜਨ ਕਹੈ ਜੌਨ ਮਠੀਲੀ। ਮਹਾਰਾਜ ਕਹਿਣ ਲੱਗੇ ਜਿਸ ਮੱਠ ਵਿੱਚ ਤੂੰ ਬਹਿਣਾ,
ਹਾਂਜੀ। ਬਸ ਕਰ ਧਾਰਤ ਬੜ ਅਭਿਮਾਨ। ਤੇ ਤੂੰ ਵੱਡਾ ਹੰਕਾਰ ਕਰਦਾ, ਕਹਿਣ ਲੱਗੇ ਵੀ ਮੱਠ ਵਿੱਚ ਜਾ ਕੇ ਬਹਿ ਜਾਣਾ। ਹਾਂਜੀ। ਸੋ ਫੂਟ ਹੈਗੀ ਬਸਹਿ ਕਹਾਂ ਫੁਨ। ਹਾਂਜੀ। ਕਰੋ ਅਬੈ ਪਰਲੋਕ ਪਿਆਨ। ਮਹਾਰਾਜ ਕਹਿਣ ਲੱਗੇ ਉਹ ਵੀ ਫਟ ਜਾਣੀ, ਤੈਨੂੰ ਬਹਿਣਾ ਹੀ ਨਹੀਂ ਮਿਲਣਾ ਉਹਦੇ ਵਿੱਚ। ਦੂਜੀ ਗੱਲ, ਪ੍ਰਾਣ ਤਾਂ ਲੈ ਜਾਏਗਾ ਕਿ ਮੁੜ ਸਰੀਰ ਚਾਹਾਂਗਾ, ਜਦੋਂ ਨੂੰ ਵਾਪਸ ਆਉਣ ਦਾ ਸਮਾਂ ਹੋਵੇ, ਮੰਨ ਲਾ ਤੇਰਾ ਸਰੀਰ ਹੀ ਫਟ ਜਾਵੇ, ਕਿੱਥੇ ਪ੍ਰਾਣ ਲੈ ਕੇ ਜਾਏਗਾ? ਵਾਪਸ ਕਿੱਥੇ ਲਿਆਏਗਾ? ਕਿੱਥੇ ਲਿਆਏਗਾ? ਚੱਲ, ਮਹਾਰਾਜ ਕਹਿੰਦੇ ਪ੍ਰਲੋਕ ਦੀ ਤਿਆਰੀ ਕਰ, ਟਾਈਮ ਹੋ ਗਿਆ, ਸਮਾਂ ਹੋ ਗਿਆ ਤੇਰਾ, ਕਹਿਣ ਲੱਗੇ ਚੱਲ ਪ੍ਰਲੋਕ ਦੀ ਤਿਆਰੀ ਕਰ, ਕਹਿਣ ਲੱਗੇ। ਹਾਂਜੀ। ਜੀਏ ਬੋ ਆਸ ਨਾ ਧਰ ਨਿਰਾਸ ਬਨ। ਮਹਾਰਾਜ ਕਹਿੰਦੇ ਹੁਣ ਜੀਣ ਦੀ ਆਸ ਛੱਡ ਦੇ, ਹੁਣ ਤਿਆਰੀ ਕਰ ਤੂੰ, ਕਹਿਣ ਲੱਗੇ। ਹਾਡ ਪਿੰਜਰੇ ਪ੍ਰੇਮ ਨਾ ਠਾਨ। ਐਵੇਂ ਆ ਹੱਡੀਆਂ ਰੂਪੀ ਪਿੰਜਰੇ ਸਰੀਰ ਨਾਲ ਹੁਣ ਪ੍ਰੇਮ ਨਾ ਕਰ। ਉਹ ਪਤਾ ਲੱਗ ਗਿਆ ਨਾ, ਜਿਹੜਾ ਕਹਿੰਦਾ ਸੀ ਮੈਂ ਉਹੀ ਆ, ਮੈਂ ਉਹੀ ਆ, ਹੁਣ ਕਿੱਥੇ ਗਿਆ ਜੀ ਉਹ ਖੇਡ ਸਾਰੀ। ਹਾਂਜੀ। ਜੀਵਤ ਰਹਿਓ ਸਮੈ ਬਹੁ ਤੇਰੋ। ਜਿਸ ਤੇ ਉਰ ਹੰਕਾਰ ਮਹਾਨ। ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਬੜਾ ਸਮਾਂ ਜੀ ਲਿਆ, ਤਾਈਓ ਤੇਰੇ ਮਨ 'ਚ ਹੰਕਾਰ ਹੈਗਾ। ਕਾਫੀ ਬਜ਼ੁਰਗ ਹੋਏਗਾ ਜੀ ਇਸ ਹਿਸਾਬ ਨਾਲ। ਹਾਂਜੀ। ਦੋਹਰਾ ਕਿਤਕ ਕਾਲ ਤੂਸ਼ਨ ਭਏ। ਸਭਾ ਬਿਖੈ ਸਭ ਕੋਏ। ਬਿਸਮੈ ਸੁਨ ਸਰਾਪ ਬਿਸਮੈ ਸੁਨ ਕੈ ਸਰਾਪ ਬੜ। ਹੋਨੀ ਹੋਏ ਸੋ ਹੋਏ। ਸਾਰੇ ਹੈਰਾਨ ਹੋ ਗਏ ਵੀ ਇਹ ਕੀ ਬਣ ਗਿਆ। ਐਡੇ ਸ਼ਾਂਤ ਸਰੂਪ ਸੱਚੇ ਪਾਤਸ਼ਾਹ ਮਹਾਰਾਜ ਨੇ ਕੈਸਾ ਬਚਨ ਛੱਡ ਦਿੱਤਾ। ਇਹ ਵੀ ਪਤਾ ਲੱਗ ਗਿਆ ਸਿੱਖਾਂ ਨੂੰ ਵੀ ਜੇ ਬਚਨ ਛੱਡਤਾ ਤੇ ਹੋ ਕੇ ਹੀ ਰਹਿਣਾ ਹੈ, ਵਰਤੇਗਾ ਹੀ ਵਰਤੇਗਾ। ਆਖੋ ਵਾਹਿਗੁਰੂ। ਇਹ ਬਚਨ ਵਰਤਣਾ ਹੀ ਵਰਤਣਾ। ਸਾਧ ਸੰਗਤ ਜੀ, ਮਹਾਰਾਜ ਨੇ ਕਦੀ ਇੰਨਾ ਸਖਤ ਬਚਨ ਨਹੀਂ ਸੀ ਕਹਿਣਾ। ਇਹ ਰੱਬ ਵਿੱਚ ਓਤ ਪੋਤ ਹੋਏ ਭਗਤਾਂ ਨੂੰ ਛੋਟਾ ਤੇ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪਿਆ ਸੀਗਾ ਜੀ। ਆਪਣਾ ਤੇ ਸਤਿਕਾਰ ਚਾਹੁੰਦਾ ਤੇ ਉਹਨਾਂ ਦਾ ਨਿਰਾਦਰ ਕਰਦਾ ਸੀਗਾ ਜੀ। ਹਾਂਜੀ। ਰਿਦਾ ਗਿਰਾ ਹਤ ਮੇਲ ਬੇ। ਮਿਲੇ ਹੁਤੇ ਇੱਕ ਥਾਨ। ਹਾਂਜੀ। ਭਾਵੀ ਨੇ ਐਸੀ ਕਰੀ। ਬਧਿਓ ਵਿਯੋਗ ਮਹਾਨ। ਕਹਿੰਦੇ ਕਾਨਾ ਕਿਵੇਂ ਮਰਿਆ, ਭਾਵੀ ਨੇ ਕਿਵੇਂ ਉਹਨੂੰ ਪ੍ਰੇਰਿਆ। ਕਵੀ ਸੰਤੋਖ ਸਿੰਘ ਕਹਿੰਦੇ ਮੈਂ ਅਗਲੇ ਪ੍ਰਸੰਗ 'ਚ ਕਵਾਂਗਾ ਤੁਹਾਨੂੰ। ਹਾਂਜੀ। ਕਿਤਕ ਕਾਲ ਤੂਸ਼ਨ ਰਹੇ। ਕੁਝ ਸਮਾਂ ਸਭ ਚੁੱਪ ਰਹਿ ਗਏ ਜੀ। ਹਾਂਜੀ। ਸਭਾ ਨਾ ਬੋਲਿਓ ਕੋਈ। ਕੋਈ ਨਹੀਂ ਸੰਗਤ ਵਿੱਚ ਬੋਲਿਆ। ਸ਼੍ਰੀ ਅਰਜਨ ਪੀਲੋ ਦਿਸ਼ਾ। ਹੁਣ ਮਹਾਰਾਜ ਨੇ ਭਗਤ ਪੀਲੂ ਜੀ ਵੱਲ ਵੇਖਿਆ। ਕੀਨ ਬਿਲੋਚਨ ਜੋਏ। ਸਾਧ ਸੰਗਤ ਜੀ, ਉਹਨਾਂ ਵੱਲ ਨੇਤਰ ਕਰਕੇ ਦ੍ਰਿਸ਼ਟੀ ਪਾਈ ਹੈ। ਸਵਈਆ ਛੰਦ ਪੀਲੋ ਭਗਤ ਆਪਨੋ ਮਤ ਕਹੋ। ਮਹਾਰਾਜ ਕਹਿੰਦੇ ਪੀਲੋ ਤੂੰ ਵੀ ਆਪਣੀ ਬਾਣੀ ਦੱਸ ਦੇ, ਤੂੰ ਵੀ ਬਾਣੀ ਲਿਖਾਉਣ ਆਇਆ। ਹਾਂਜੀ। ਹਮੈ ਸੁਨਾਵੋ ਸ਼ਬਦ ਬਣਾਏ। ਸਾਨੂੰ ਦੱਸ, ਕਹਿਣ ਲੱਗੇ ਸ਼ਬਦ ਦੱਸ ਜਿਹੜਾ ਤੂੰ ਲਿਖਾਉਣਾ ਆ। ਹਾਂਜੀ। ਜਿਸ ਤੇ ਗੁਰਮਤਿ ਹੋਏ ਉਪਦੇਸ਼ਨ। ਸਿਮਰੈ ਪਰਮੇਸ਼ਰ ਲਿਵ ਲਾਏ। ਮਹਾਰਾਜ ਕਹਿਣ ਲੱਗੇ ਪਰ ਬਚਨ ਉਹ ਸੁਣਾਈ ਜਿਹਦੇ ਵਿੱਚ ਗੁਰਮਤਿ ਹੋਵੇ, ਰੱਬ ਦੀ ਯਾਦ ਹੋਵੇ, ਪਰਮੇਸ਼ਰ ਦਾ ਸਿਮਰਨ ਹੋਵੇ। ਹੋਏ ਸ਼ਰੇ ਮਗ ਲਹਿ ਸੁਗਮ ਹੀ। ਜਿਹਨੂੰ ਪੜ੍ਹ ਕੇ ਲੋਕ ਚੰਗੀ ਮਤ ਹਾਸਲ ਕਰਨ। ਹਾਂਜੀ। ਭਾਉ ਭਗਤ ਤੇ ਸੰਗ ਮਿਲਾਏ। ਤੇ ਲੋਕ ਸੁਣ ਕੇ ਪੜ੍ਹ ਕੇ ਭਗਤੀ ਕਰਨ ਲੱਗ ਪੈਣ। ਹਾਂਜੀ। ਸੁਨਤ ਸਭਾ ਮੈਂ ਸ਼ਬਦ ਬਖਾਨਿਓ। ਸਾਰੀ ਸਭਾ ਵਿੱਚ ਪੀਲੋ ਜੀ ਕਹਿਣ ਲੱਗੇ। ਪੀਲੋ ਆਪਣੋ ਮਤੋ ਸੁਨਾਏ। ਹਾਂਜੀ। ਪੀਲੋ ਵਾਚ ਪੀਲੋ ਅਸਾਂ ਨਾਲੋਂ ਸੇ ਭਲੇ। ਜਮਦਿਆਂ ਜੋ ਮੋਏ। ਗੱਜ ਕੇ ਆਖੋ ਸੰਗਤ ਜੀ, ਗੱਜ ਕੇ। ਪੀਲੋ ਜੀ ਨੇ ਫਿਰ ਪੰਕਤੀ ਸੁਣਾਈ। ਪੀਲੋ ਅਸਾਂ ਨਾਲੋਂ ਸੇ ਭਲੇ। ਜੰਮਦਿਆਂ ਜੋ ਮੂਏ। ਉਹਨਾਂ ਚਿੱਕੜ ਪਾਪ ਨਾ ਬੋੜਿਆ, ਨਾ ਆਲੂਦ ਭਏ। ਇਹਦਾ ਭਾਵ ਵੀ ਸਾਡੇ ਨਾਲੋਂ ਤਾਂ ਉਹ ਬੰਦੇ ਚੰਗੇ ਜਿਨ੍ਹਾਂ ਦੀ ਜੰਮਦਿਆਂ ਹੀ ਮੌਤ ਹੋ ਗਈ ਜੀ। ਹੁਣ ਦੱਸੋ ਇਹ ਬਾਣੀ ਥੋੜ੍ਹੀ ਹੈਗੀ ਜੀ, ਇਹ ਤੇ ਨਿਰਾਸ਼ਾਵਾਦੀ ਗੱਲ ਹੈਗੀ ਹੈ ਜੀ। ਹਾਂਜੀ। ਗੱਜ ਕੇ ਆਖੋ ਵਾਹਿਗੁਰੂ। ਨਿਰਾਸ਼ਾਵਾਦੀ ਗੱਲ ਹੈਗੀ ਹੈ। ਪਤਾ ਕਿਉਂ? ਕਹਿਣ ਲੱਗੇ ਉਹਨਾਂ ਚਿੱਕੜ ਪਾਪ ਨਾ ਬੋੜਿਆ, ਨਾ ਆਲੂਦ ਭਏ। ਕਿ ਜਿਹੜੇ ਜੰਮਦਿਆਂ ਹੀ ਮਰ ਗਏ, ਉਹਨਾਂ ਨੂੰ ਸੰਸਾਰ ਦੀ ਹਵਾ ਨਹੀਂ ਲੱਗੀ, ਉਹਨਾਂ ਨੂੰ ਵਿਕਾਰਾਂ ਨੇ ਨਹੀਂ ਗਰਸਿਆ, ਵਿਸ਼ੇ ਵਿਕਾਰ ਨਾਲੋਂ ਮੈਲੇ ਨਹੀਂ ਹੋਏ।
ਇਸ ਕਰਕੇ ਜੰਮਦਿਆਂ ਹੀ ਮਰ ਜਾਣਾ ਚੰਗਾ ਹੈਗਾ ਜੀ। ਗੱਜ ਕੇ ਆਖੋ। ਤੁਸੀਂ ਖੁਦ ਦੱਸੋ ਵੀ ਇਹ ਮਹਾਰਾਜ ਦੀ ਬਾਣੀ ਨਾਲ ਮੇਲ ਖਾਂਦੀ ਹੈ ਗੱਲ ਜੀ? ਬਿਲਕੁਲ ਨਹੀਂ ਖਾਂਦੀ ਜੀ। ਕਿਉਂ? ਇੱਥੇ ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਉਮਰ ਬੁੱਢੀ ਹੋ ਗਈ ਹੈ ਨਾ, ਬਜ਼ੁਰਗ ਹੋ ਗਏ ਆ, ਅੱਖਾਂ ਤੋਂ ਵੇਖਦਾ ਨਹੀਂ ਹੈ, ਕੋਈ ਗੱਲ ਨਹੀਂ। ਅੱਜ ਹੂੰ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਬੰਦਿਆ ਅਜੇ ਵੀ ਕੁਛ ਵਿਗੜਿਆ ਨਹੀਂ, ਉਹ ਰੱਬ ਦੇ ਗੁਣ ਗਾਲਾ ਕਹਿਣ ਲੱਗੇ ਹੈ। ਉਦਾਹਰਣਾਂ ਦਿੱਤੀਆਂ ਅਜਾਮਲ ਵਰਗਿਆਂ ਦੀਆਂ। ਇੰਟਰਨੈਸ਼ਨਲ ਪਾਪੀ ਅਜਾਮਲ, ਸਭ ਪਾਪੀ ਜਾਣਦੇ ਆ। ਮਹਾਰਾਜ ਨੇ ਉਹਦੀ ਉਦਾਹਰਣ ਦਿੱਤੀ, ਜੇ ਅਜਾਮਲ ਦਾ ਉਧਾਰ ਹੋ ਸਕਦਾ ਤੇਰਾ ਕਿਉਂ ਨਹੀਂ ਹੋ ਸਕਦਾ? ਜਪ ਕਹਿਣ ਲੱਗੇ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਮਹਾਰਾਜ ਨੇ ਆਸਾਵਾਦੀ ਗੱਲ ਕੀਤੀ, ਨਿਰਾਸ਼ਾਵਾਦੀ ਨਹੀਂ ਕੀਤੀ ਜੀ। ਇਹ ਤੇ ਆਤਮ ਹੱਤਿਆ ਵੱਲ ਗੱਲ ਤੋਰਦੀ ਹੈ ਜੀ। ਜਦੋਂ ਬੰਦਾ ਪੜ੍ਹੇ ਉਦੋਂ ਹੀ ਮਰ ਜੇ ਜੀ। ਫਿਰ ਇਹ ਬਾਣੀ ਹੈ ਜੀ, ਇਹ ਬਾਣੀ ਨਹੀਂ। ਬਾਣੀ ਉਹ ਹੈ ਜਿਹਦੇ ਚੋਂ ਮੌਤ ਨਹੀਂ, ਜਿਹਦੇ ਚੋਂ ਜੀਵਨ ਮਿਲੇ ਜੀ। ਹਾਂਜੀ। ਸਵਈਆ ਛੰਦ ਏਪੀ ਨਹਿ ਪ੍ਰਮਾਨ ਹਮ ਕਰ ਹੈ, ਜਿਸ ਮੈਂ ਨਹਿ ਭਗਤ ਉਪਦੇਸ਼। ਮਹਾਰਾਜ ਕਹਿਣ ਲੱਗੇ ਪੀ ਲੋ, ਦੱਸ ਇਹਦੇ ਵਿੱਚ ਕਿਹੜਾ ਭਗਤੀ ਦਾ ਉਪਦੇਸ਼ ਹੈਗਾ? ਕਹਿਣ ਲੱਗੇ ਅਸੀਂ ਨਹੀਂ ਇਹਨੂੰ ਪ੍ਰਵਾਨ ਕਰਦੇ। ਸ੍ਰੀ ਕਰਤਾਰ ਕੇਰ ਇਹ ਭਾਣਾ, ਜੰਮਣ ਮਰਨ ਸੀਸ ਅਸੇਸ। ਮਹਾਰਾਜ ਕਹਿਣ ਲੱਗੇ ਜੰਮਣਾ ਮਰਨਾ ਇਹ ਤਾਂ ਸ੍ਰੀ ਕਰਤਾਰ ਵਾਹਿਗੁਰੂ ਜੀ ਦਾ ਭਾਣਾ ਹੈ। ਇਹਦੇ ਵਿੱਚ ਕਿਹੜੀ ਚੰਗੀ ਗੱਲ ਹੈ ਵੀ ਜੰਮਦਿਆਂ ਹੀ ਮਰ ਜਾਓ, ਜਾਂ ਜੰਮਦੇ ਮਰਨ ਵਾਲੇ ਹੀ ਚੰਗੇ ਆ? ਹਾਂਜੀ। ਪਾਏ ਜਨਮ ਨਰ ਲਾਭ ਲਿਹੇ ਸ਼ੁਭ, ਭਜੈ ਸਦਾ ਸਤਨਾਮ ਵਿਸ਼ੇਸ਼। ਸੱਚੇ ਪਾਤਸ਼ਾਹ ਕਹਿਣ ਲੱਗੇ ਇੱਥੇ ਤਾਂ ਬਾਣੀ ਵਿੱਚ ਕੀ ਹੈ? ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਥੇ ਤਾਂ ਇਹ ਬਚਨ ਹੈ ਵੀ ਜਨਮ ਮਿਲਿਆ ਰਾਮ ਭਜ ਲੈ, ਪਰਮੇਸ਼ਰ ਦਾ ਨਾਮ ਜਪ ਲੈ, ਜਨਮ ਦਾ ਲਾਭ ਲੈ ਲੈ। ਹਾਂਜੀ। ਮਾਨਹਿ ਹਕਮ ਮਾਨਹਿ ਹੁਕਮ ਖਸਮ ਕੋ ਨੀਕੋ, ਤਿਆਗੈ ਹਉਮੈ ਸਹਿਤ ਕਲੇਸ਼। ਇੱਥੇ ਤਾਂ ਪਰਮੇਸ਼ਰ ਦੇ ਭਾਣਾ ਮੰਨਣ ਨੂੰ ਚੰਗਾ ਕਿਹਾ, ਆਪ ਆਤਮ ਹੱਤਿਆ ਕਰਨ ਨੂੰ ਚੰਗਾ ਨਹੀਂ ਕਿਹਾ। ਹਾਂਜੀ। ਦੋਹਰਾ ਛੱਜੂ ਕਹੋ ਮਤ ਆਪਨੋ, ਜਸ ਨਿਸ਼ਚਾ ਮਨ ਕੀਨ। ਮਹਾਰਾਜ ਫਿਰ ਛੱਜੂ ਜੀ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਛੱਜੂ ਤੂੰ ਵੀ ਆਪਣੀ ਬਾਣੀ ਸੁਣਾ ਦੇ। ਹਾਂਜੀ। ਗੁਰ ਆਇਸ ਕੋ ਮਾਨ ਕਰ, ਬੋਲਿਓ ਸ਼ਬਦ ਨਵੀਨ। ਛੱਜੂ ਜੀ ਮਹਾਰਾਜ ਦਾ ਹੁਕਮ ਸੁਣ ਕੇ ਬੋਲਣ ਲੱਗੇ। ਛੱਜੂ ਵਾਚ ਕਾਗਦ ਸੰਧੀ ਪੁਤਲੀ, ਤਉ ਨਾ ਤ੍ਰਿਐ ਨਿਹਾਰ। ਗੱਜ ਕੇ ਆਖੋ। ਛੱਜੂ ਨੇ ਕੀ ਪੜਿਆ ਜੀ? ਕਾਗਦ ਸੰਧੀ ਪੂਤਲੀ, ਤਉ ਨਾ ਤ੍ਰਿਆ ਨਿਹਾਰ। ਛੱਜੂ ਕਹਿਣ ਲੱਗਾ, ਭਗਤ ਛੱਜੂ ਜੀ, ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ ਉਹਦੇ ਵੱਲ ਨਹੀਂ ਵੇਖਣਾ ਚਾਹੀਦਾ। ਇਹ ਉਹਦੀ ਬਾਣੀ ਹੈ। ਕਿਉਂ? ਸੁਣੋ। ਯੋਂ ਹੀ ਮਾਰ ਲਿਜਾਵਹੀ, ਜਥਾ ਬਿਲੋਚਨ ਧਾਰ। ਜਿਵੇਂ ਬਿਲੋਚਾਂ ਦੀ ਧਾੜ ਆਉਂਦੀ ਹੈ ਨਾ, ਬਿਲੋਚਾਂ ਦੀ ਧਾੜ ਉਹ ਸਭ ਨੂੰ ਹੀ ਮਾਰੀ ਜਾਂਦੀ ਹੈ। ਕਹਿੰਦੇ ਆ ਇਸਤਰੀ ਵੀ ਬਿਲੋਚਾਂ ਦੀ ਧਾੜ ਵਰਗੀ ਹੈ। ਮਾੜਾ ਕਹਿਤਾ ਨਾ ਇਸਤਰੀ ਨੂੰ, ਤੇ ਗੁਰੂ ਦੀ ਬਾਣੀ ਕਹਿੰਦੀ ਨਹੀਂ, ਸੋ ਕਿਉਂ ਮੰਦਾ ਆਖੀਐ ਹੈ, ਜਿਤ ਜੰਮਹਿ ਰਾਜਾਨ। ਇੱਥੇ ਮਹਾਰਾਜ ਕਹਿੰਦੇ ਆ ਆਪੇ ਨਰ ਆਪੇ ਫੁਨ ਨਾਰੀ, ਆਪੇ ਸਾਰ ਆਪ ਹੀ ਪਾਸਾ। ਇਸਤਰੀ ਨੂੰ ਕਿਤੇ ਮਾੜਾ ਨਹੀਂ ਆਖਿਆ। ਬੰਦਿਆ ਤੇਰੀ ਸੋਚ ਮਾੜੀ ਹੋ ਸਕਦੀ ਹੈ, ਧੀ ਭੈਣ ਥੋੜੀ ਮਾੜੀ ਹੈਗੀ ਹੈ ਜੀ, ਇਸਤਰੀ ਥੋੜੀ ਮਾੜੀ ਹੈਗੀ ਹੈ। ਹਾਂਜੀ। ਸਵਈਆ ਛੰਦ ਛੱਜੂ ਭਗਤ ਸੁਨੋ ਮਤ ਹਮਰੋ। ਮਹਾਰਾਜ ਕਹਿੰਦੇ ਛੱਜੂ ਭਗਤ ਹੁਣ ਤੂੰ ਵੀ ਸੁਣ ਲੈ। ਹਾਂਜੀ। ਪੰਥ ਰਚਿਓ ਕਰਬੇ ਸਤ ਸੰਗ। ਇਹ ਪੰਥ ਜਿਹੜਾ ਹੈ ਨਾ, ਗੁਰਮੁਖ ਪੰਥ, ਇਹ ਸਤ ਸੰਗਤ ਕਰਨ ਵਾਲਾ ਪੰਥ ਹੈ। ਹਾਂਜੀ। ਸਿਮਰਹਿ ਮਿਲ ਕਰ ਸ਼੍ਰੀ ਪਰਮੇਸ਼ਰ, ਗ੍ਰਹਿਸਤ ਬਿਖੈ ਲਿਵ ਲਾਏ ਅਭੰਗ। ਇੱਥੇ ਗ੍ਰਸਤੀ ਧਰਮ ਨੂੰ ਉੱਤਮ ਦੱਸਿਆ। ਜੇ ਕਾਗਜ਼ ਦੀ ਇਸਤਰੀ ਨੂੰ ਵੀ ਨਹੀਂ ਵੇਖਣਾ ਤੇ ਫਿਰ ਗ੍ਰਸਤੀ ਧਰਮ ਕੋਈ ਕਿਵੇਂ ਨਿਭਾਏਗਾ?
ਮਹਾਰਾਜ ਕਹਿਣ ਲੱਗੇ ਨਹੀਂ, ਇਹ ਸਹੀ ਨਹੀਂ ਹੈ। ਹਾਂਜੀ। ਕਾਰ ਧਰਮ ਕੀ ਕਰ ਗੁਜ਼ਰਨ ਹੈ, ਸੇਵੈ ਸੰਤਨ ਸਹਿਤ ਉਮੰਗ, ਭਾਵ ਭਗਤ ਕਰ ਜੁਗਤ ਸੋਤੀ ਤਰ ਹੈ, ਸਤਨਾਮ ਕੋ ਚੜਬੋ ਰੰਗ। ਮਹਾਰਾਜ ਕਹਿਣ ਲੱਗੇ ਇੱਥੇ ਧਰਮ ਦੀ ਕਿਰਤ ਕਰਨੀ ਹੈ, ਨਾਮ ਜਪਣਾ ਹੈ, ਪਰਿਵਾਰ ਵਿੱਚ ਰਹਿਣਾ ਹੈ, ਨਾਮ ਜਪਦਿਆਂ ਸੁਰਤ ਉੱਤੀ ਚੁੱਕਣੀ ਹੈ। ਮਹਾਰਾਜ ਕਹਿਣ ਲੱਗੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਇੱਥੇ, ਤੇਰੀ ਬਾਣੀ ਵੀ ਰੱਦ ਹੈ। ਮਹਾਰਾਜ ਕਹਿਣ ਲੱਗੇ ਸ਼ਾਹ ਹੁਸੈਨ ਨੂੰ ਮਹਾਰਾਜ ਨੇ ਆਖਿਆ, ਮਹਾਰਾਜ ਕਹਿੰਦੇ ਸ਼ਾਹ ਹੁਸੈਨ ਹੁਣ ਤੇਰੀ ਵਾਰੀ ਹੈ, ਤੂੰ ਦੱਸ ਦੇ। ਸ਼ਾਹ ਹੁਸੈਨ ਜੀ ਬੋਲੇ, ਹਾਂਜੀ। ਦੋਹਰਾ ਆਇਸ ਗੁਰ ਕੀ ਪਾਏ ਕਰ, ਬੋਲਿਓ ਸ਼ਾਹ ਹੁਸੈਨ, ਸਭਾ ਬਿਖੈ ਸਭ ਹੀ ਸੁਨੈ, ਤਿਸ ਕੀ ਦਿਸ਼ ਦਰ ਨੈਣ। ਸਾਰੇ ਸ਼ਾਹ ਹੁਸੈਨ ਜੀ ਵੱਲ ਵੇਖਣ ਲੱਗੇ, ਸ਼ਾਹ ਹੁਸੈਨ ਆਪਣੀ ਬਾਣੀ ਸੁਣਾਉਣ ਲੱਗੇ। ਸ਼ਾਹ ਹੁਸੈਨੇ ਬਾਚ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਗੱਜ ਕੇ ਆਖੋ। ਕਹਿੰਦੇ ਆ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਅੜਿਆ ਸ਼ਬਦ ਆਮ ਬੰਦਿਆਂ ਨੂੰ ਆਪਾਂ ਕਹਿੰਦੇ, ਬੀਬੀਆਂ ਕਹਿੰਦੀਆਂ ਵੇ ਅੜਿਆ, ਇਸ ਤਰ੍ਹਾਂ ਕਹਿੰਦੀਆਂ। ਭਾਵ ਲੋਕਾਂ ਨੂੰ ਉਪਦੇਸ਼ ਦਿੱਤਾ ਵੀ ਚੁੱਪ ਰਹੋ, ਚੁੱਪ ਰਹੋ, ਬੋਲਣ ਦੀ ਲੋੜ ਨਹੀਂ ਹੈਗੀ। ਸੱਜਣਾ ਬੋਲਣ ਦੀ ਨਹੀਂ ਜਾਏ, ਸੱਜਣਾ ਪਿਆਰਿਆ ਬੋਲਣ ਦੀ ਕੋਈ ਜਗ੍ਹਾ ਨਹੀਂ ਹੈਗੀ, ਕਿਹਨੂੰ ਸੁਣਾਵਾਂ। ਅੰਦਰ ਬਾਹਰ ਹਿੱਕਾ ਸਾਈ, ਕਿਸ ਨੂੰ ਆਖ ਸੁਣਾਈ। ਕਹਿੰਦੇ ਅੰਦਰ ਰੱਬ ਹੈ, ਕਿਹਨੂੰ ਬੋਲ ਕੇ ਸੁਣਾਉਣਾ। ਇੱਕੋ ਦਿਲਬਰ ਸਭ ਘਟ ਰਵਿਆ, ਦੂਜੀ ਨਹੀਂ ਕਦਾਈ। ਇੱਕੋ ਰੱਬ ਹੈ ਜਿਹੜਾ ਸਾਰਿਆਂ ਵਿੱਚ ਰਵਿਆ ਹੋਇਆ, ਦੂਜੀ ਹੋਰ ਕੋਈ ਥਾਂ ਹੀ ਨਹੀਂ ਹੈ, ਦੂਸਰਾ ਹੈ ਹੀ ਕੋਈ ਨਹੀਂ। ਕਹੇ ਹੁਸੈਨ ਫਕੀਰ ਨਿਮਾਣਾ, ਸਤਿਗੁਰ ਤੋਂ ਬਲ ਬਲ ਜਾਹੀ। ਗੁਰੂ ਤੋਂ ਬਲਿਹਾਰ ਜਾ, ਹੁਸੈਨ ਫਕੀਰ ਕਹਿ ਰਿਹਾ, ਪਰ ਤੈਨੂੰ ਬੋਲਣ ਦੀ ਲੋੜ ਨਹੀਂ ਹੈਗੀ, ਰੱਬ ਤੇਰੇ ਅੰਦਰ ਹੀ ਹੈ। ਹੁਣ ਗੁਰੂ ਘਰ ਵਿੱਚ ਕੀ ਹੈ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਤਿਆਗੋ ਮਨ ਕੇ ਸਗਲ ਕਾਮ, ਰਾਮ ਰਾਮ ਬੋਲ, ਰਾਮ ਰਾਮ ਰਾਮ। ਚੁੱਪ ਰਹਿਣ ਦਾ ਤੇ ਆਖਿਆ ਹੀ ਨਹੀਂ ਜੀ ਮਹਾਰਾਜ ਨੇ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲਹਿ ਜਾਈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅੱਲਾਹ। ਇੱਥੇ ਬੋਲਣ ਦੀ ਗੱਲ ਕੀਤੀ ਹੈ। ਜਾਪ ਦਾ ਪਹਿਲਾ ਕੰਮ ਹੀ ਬੋਲਣਾ ਹੈਗਾ ਜੀ, ਤੇ ਪਹਿਲੇ ਕੰਮ ਤੇ ਕੰਮ ਠੱਪ ਕਰ ਦਿਓ ਜੀ। ਹਾਂਜੀ। ਸਵਈਆ ਛੰਦ ਸ਼੍ਰੀ ਅਰਜਨ ਮੁਸਕਾਵਤ ਬੋਲੇ, ਕਰੁਣਾ ਭਰੇ ਰਸੀਲੇ ਨੈਣ। ਜਦੋਂ ਕਹਿੰਦੇ ਨਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ, ਮਹਾਰਾਜ ਖੁਸ਼ ਹੋ ਗਏ ਜੀ। ਮੁਸਕਰਾ ਕੇ ਸੱਚੇ ਪਾਤਸ਼ਾਹ ਰਸੀਲੇ ਨੈਣ ਕਹਿਣ ਲੱਗੇ, ਭਲਾ ਕਹਿਓ ਚੁੱਪ ਕਰੋ ਹਿਰਦੈ ਰੱਖ, ਰਹੋ ਅਬੋਲੇ ਸ਼ਾਹ ਹੁਸੈਨ। ਸੱਚੇ ਪਾਤਸ਼ਾਹ ਕਹਿਣ ਲੱਗੇ ਭਲਾ ਕਿਹਾ ਹੈ, ਚੁੱਪ ਰਹੋ, ਪਰ ਹਿਰਦੇ ਨੂੰ ਵਿਕਾਰਾਂ ਤੋਂ ਚੁੱਪ ਕਰਾਉਣਾ ਹੈ, ਨਾਮ ਤਾਂ ਬੋਲਣਾ ਹੈ, ਕਹਿਣ ਲੱਗੇ। ਹਾਂਜੀ। ਇਹ ਤੀਨੋਂ ਸ਼੍ਰੀ ਗੁਰ ਕੇ ਸਨਮੁਖ, ਪ੍ਰਤ ਉੱਤਰ ਕੋ ਕਹਿਓ ਨਾ ਬੈਨ। ਤਿੰਨੋਂ ਹੀ ਚੁੱਪ ਹੋ ਗਏ ਜੀ, ਨਾ ਛੱਜੂ ਜੀ ਬੋਲੇ, ਨਾ ਪੀਲੂ ਜੀ ਬੋਲੇ, ਨਾ ਸ਼ਾਹ ਹੁਸੈਨ ਬੋਲੇ ਜੀ। ਹਾਂਜੀ। ਭਏ ਪ੍ਰਥਮ ਹੀ ਸਰਾਪ ਘੋਰ ਬਹੋ, ਯਾਂਤੇ ਸ਼ਾਤ ਕੀਨ ਮਨ ਚੈਨ। ਕਿਉਂ ਪਹਿਲਾਂ ਹੀ ਫਿਰ ਕਾन्हा ਜੀ ਦਾ ਬਚਨ ਸੁਣ ਕੇ ਚੁੱਪ ਹੋ ਗਏ ਨਾ, ਫਿਰ ਵੀ ਕਾन्हे ਨੂੰ ਤਾਂ ਕਹਿਤਾ ਤੂੰ ਲਾਹੌਰ ਨਹੀਂ ਪਹੁੰਚਣਾ। ਤੇ ਐਸਾ ਨਾ ਹੋਵੇ ਸਾਡੇ ਪ੍ਰਤੀ ਵੀ ਕੋਈ ਬਚਨ ਕਰ ਦੇਣ। ਕੱਚਿਆਂ ਦੀਆਂ ਅਧੂਰੀਆਂ ਗੱਲਾਂ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰੇ ਬਚਨ ਨੇ, ਅਧੂਰੇ ਬਚਨ ਨਹੀਂ ਹੈਗੇ ਜੀ। ਕਿੰਨੀਆਂ ਪੰਕਤੀਆਂ ਨੇ, ਰਾਮ ਰਾਮ ਬੋਲ, ਰਾਮ ਰਾਮ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ। ਬੋਲ ਹਰ ਨਾਮ ਸਫਲ ਸਾ ਘਰੀ। ਮਹਾਰਾਜ ਕਹਿੰਦੇ ਉਹ ਪਿਆਰਿਆ, ਰੱਬ ਦਾ ਨਾਮ ਬੋਲੋ, ਘੜੀ ਸਫਲੀ ਹੋ ਜਾਏਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਬੋਲੋ ਵਾਹਿਗੁਰੂ 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 ਵਾਹਿਗੁਰੂ। ਰਾਮ ਬੋਲ ਖੋਜ ਤੇ ਵਡਭਾਗੀ,
ਬੋਲਣ ਦਾ ਤੇ ਬੜਾ ਉਪਦੇਸ਼ ਹੈ ਜੀ, ਜਪਣ ਦਾ ਬੜਾ ਹੀ ਉਪਦੇਸ਼ ਹੈ ਜੀ। ਬੋਲਣਾ ਕੀ ਹੈ? ਜਪਣਾ। ਬੜਾ ਉਪਦੇਸ਼ ਹੈ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਸੋ ਕਾन्हा ਜੀ, ਛੱਜੂ ਜੀ, ਪੀਲੂ ਜੀ ਤੇ ਸ਼ਾਹ ਹੁਸੈਨ ਜੀ ਦੇ ਬੋਲ ਗੁਰੂ ਦੀ ਬਾਣੀ ਅਨੁਸਾਰ ਪੂਰੇ ਨਹੀਂ ਹੈਗੇ ਜੀ। ਇਸ ਕਰਕੇ ਮਹਾਰਾਜ ਨੇ ਉਹ ਬਾਣੀ ਨਹੀਂ ਚੜਾਈ। ਅੱਗੋਂ ਜੋ ਪ੍ਰਸੰਗ ਹੈ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।